ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਰਿਐਲਿਟੀ ਚੈੱਕ, ਜਿਸ 'ਚ ਆਪਾਂ ਗੱਲਬਾਤ ਕਰਦੇ ਹਾਂ ਕਿ ਕੈਨੇਡਾ ਵਿੱਚ ਇਸ ਵਕਤ ਰੀਅਲ ਸਟੇਟ ਮਾਰਕੀਟ ਦੇ ਕੀ ਹਾਲਾਤ ਨੇ। ਤੇ ਇਸ ਪ੍ਰੋਗਰਾਮ 'ਚ ਮੇਰੇ ਨਾਲ ਹੁੰਦੇ ਨੇ ਸਟਨ ਅਲਾਈਸ ਤੋਂ ਦੀਪ ਝੱਜ ਹੁਣੀ, ਜੋ ਅੱਜ ਵੀ ਸਟੂਡੀਓ ਪਹੁੰਚੇ ਨੇ ਤੇ ਜਿਨ੍ਹਾਂ ਨਾਲ ਅਸੀਂ ਤਾਜ਼ਾ ਇਸ ਵਕਤ ਕੀ ਹਾਲਾਤ ਨੇ ਉਹਨਾਂ ਤੇ ਗੱਲਬਾਤ ਕਰਾਂਗੇ ਤੇ ਕੁਝ ਗੱਲ ਕਰਾਂਗੇ ਕਿ ਅੱਗੇ ਸੰਭਾਵਨਾਵਾਂ ਕੀ ਨੇ ਮਾਰਕੀਟ ਦੀਆਂ, ਤੇ ਜਿਹੜੇ ਨਵੇਂ ਆਏ ਨੇ ਲੋਕ ਜਾਂ ਜਿਨ੍ਹਾਂ ਨੇ ਹਾਲੇ ਆਪਣਾ ਪਹਿਲਾ ਘਰ ਲੈਣਾ ਆ ਉਹਨਾਂ ਨੂੰ ਇਸ ਵਕਤ ਜਿਹੜਾ ਉਹ ਕੀ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਦੀਪ ਝੱਜ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਟੀਵੀ ਪੰਜਾਬ ਤੇ। ਥੈਂਕ ਯੂ ਮਨਦੀਪ, ਥੈਂਕ ਯੂ ਫॉर ਹੈਵਿੰਗ ਮੀ ਜੀ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਪਹਿਲਾ ਸਵਾਲ ਹੁੰਦਾ ਕਿ ਇਸ ਵਕਤ ਮਾਰਕੀਟ ਦੇ ਕੀ ਹਾਲਾਤ ਨੇ। ਜਿਹੜਾ ਅਗਸਤ ਮਹੀਨਾ ਲੰਘ ਕੇ ਗਿਆ ਹੁਣੇ, ਉਹ 'ਚ ਕੀ ਰਿਪੋਰਟ ਆਈ ਆ ਤੇ ਮਾਰਕੀਟ ਉੱਪਰ ਥੱਲੇ ਜਾ ਰਹੀ ਹੈ ਜਾਂ ਪਹਿਲਾਂ ਵੱਲ ਗਈ, ਕੁਛ ਉੱਦਾਂ ਦੀ ਕਹਾਣੀ ਹੈ? ਹਾਂਜੀ ਮਨਦੀਪ, ਜੋ ਲਾਸਟ ਪ੍ਰੋਗਰਾਮ ਕੀਤਾ ਸੀਗਾ ਆਪਣੀ ਜੁਲਾਈ ਵਾਸਤੇ ਜੀ ਤਾਂ ਹਾਲਾਤ ਕੋਈ ਬੜੇ ਸੁਧਰੇ ਨਹੀਂ, ਉਹੋ ਜਿਹੇ ਹੀ ਨੇ ਜੀ ਕੋਈ ਚੇਂਜਸ ਨਹੀਂ। ਸੁਧਰੇ ਤਾਂ ਚਲੋ ਗਲਤ ਵਰਡ ਹੈ, ਤਾਂ ਕੋਈ ਚੇਂਜ ਨਹੀਂ ਆਈ ਜ਼ਿਆਦਾ ਜੀ ਕਿਉਂਕਿ ਇਨਵੈਂਟਰੀ ਹਜੇ ਵੀ ਬਹੁਤ ਘੱਟ ਆ ਮਾਰਕੀਟ ਦੇ ਵਿੱਚ। ਕੁਛ ਕੁ ਇਹ ਜ਼ਰੂਰ ਲੱਗਦਾ ਕਿ ਬਾਇਰ ਵੀ ਕਾਫੀ ਹੈ, ਪਰ ਥੋੜਾ ਜਿਹਾ ਸੁਚੇਤ ਹੋ ਰਿਹਾ, ਜਿਵੇਂ ਚੁਕੰਨੇ ਹੁੰਦੇ ਆ ਜੀ ਕਿ ਜੇ ਆਪਾਂ ਓਵਰ ਪ੍ਰਾਈਸ ਚੀਜ਼ ਕੋਈ ਬਾਏ ਕਰਦੇ ਆ ਤਾਂ ਸਰਵਾਈਵਲ ਮੋਡ ਕੀ ਹੋ, ਕੱਲ੍ਹ ਨੂੰ ਇੰਟਰਸਟ ਰੇਟ ਉੱਪਰ ਚਲੇ ਜਾਣ, ਜਾਂ ਕਿਉਂਕਿ ਗਵਰਨਮੈਂਟ ਦੀ ਕੋਈ ਹਜੇ ਤੱਕ ਕੋਈ ਇਹੋ ਜਿਹੀ ਗਾਈਡਲਾਈਨਸ ਨਹੀਂ ਆਈਆਂ ਜਿਹੜੀਆਂ ਬੜੀਆਂ ਸੋਲਿਡ ਹੋਣ ਤੇ ਤੁਹਾਨੂੰ ਬੜਾ ਪ੍ਰੋਟੈਕਟ ਕਰਦੀਆਂ ਹੋਣ। ਹਾਲਾਂਕਿ ਕਿਸੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਹੁੰਦਾ ਤਾਂ ਮੁਸ਼ਕਲ ਆ, ਪਰ ਰੀਅਲ ਸਟੇਟ ਬਿਜ਼ਨਸ ਤਾਂ ਇੰਟਰਸਟ 'ਤੇ ਚੱਲਦਾ ਜੀ ਤੇ ਇੰਟਰਸਟ ਰੇਟ ਤੁਹਾਡਾ ਕਿਵੇਂ ਮੂਵ ਹੁੰਦਾ ਹੈ। ਤੇ ਬਾਕੀ ਇੱਥੇ BC ਦੇ ਵਿੱਚ ਖਾਸ ਕਰਕੇ ਵੈਨਕੂਵਰ GVRD ਦੇ ਵਿੱਚ ਐਡੀ ਜ਼ਰੂਰਤ ਹੁੰਦੀ ਨਹੀਂ ਹੋਰ ਚੀਜ਼ਾਂ ਦੇਖਣ ਦੀ। ਇੱਥੇ ਆਪਾਂ ਜ਼ਿਆਦਾ ਕਿਉਂਕਿ ਪ੍ਰਾਪਰਟੀ ਬਹੁਤ ਜ਼ਿਆਦਾ ਮਹਿੰਗੀਆਂ ਹੋਈਆਂ ਨੇ, ਸੋ ਇੱਥੇ ਇੰਟਰਸਟ ਰੇਟ ਬਹੁਤ ਵੱਡਾ ਇੱਕ ਮੈਟਰ ਆ। ਜੇ ਇੰਟਰਸਟ ਰੇਟ ਮੂਵ ਨਹੀਂ ਹੁੰਦਾ ਫਿਰ ਪ੍ਰਾਈਸਿਸ ਹੋ ਸਕਦਾ ਐਂ ਮੂਵ ਹੋਈ ਜਾਣ। ਜੀ ਪਰ ਹੁਣ ਇਹ ਦੇਖਣ ਨੂੰ ਜ਼ਰੂਰ ਆ ਰਿਹਾ ਕਿ ਜ਼ਿਆਦਾ ਓਵਰ ਪ੍ਰਾਈਸ ਘਰਾਂ ਨੂੰ ਉਹਦੀ ਵਿਊਇੰਗ ਹੁੰਦੀ ਹੈ, ਪਰ ਉਹਨਾਂ ਦੇ ਵਿੱਚ ਆਫਰਸ ਉਹ ਕੈਲਕੂਲੇਟ ਕਰਕੇ ਜਿੰਨੀ ਕੁ ਉਹਦੀ ਬਣਦੀ ਆ ਆਫਰ ਉਹੀ ਆਉਂਦੀ ਆ। ਕੋਈ ਲੱਖ ਘੱਟ ਆ ਰਹੀ ਹੈ, ਕੋਈ 1.5 ਲੱਖ ਘੱਟ ਆ ਰਹੀ ਹੈ। ਸੋ ਬੇਸਿਕਲੀ ਜਿੱਥੇ ਕੋਈ ਪ੍ਰਾਈਸ ਸੈਟਲ ਹੋਣੀ ਚਾਹੀਦੀ ਆ, ਜਾਂ ਜਿੱਥੇ ਇੱਕ ਬੈਂਕ ਉਹਨੂੰ ਆ ਕੇ ਸੈਟਲ ਕਰੂਗਾ, ਜਾਂ ਸਰਵੇਅਰ ਬੈਂਕ ਦੇ ਆ ਕੇ ਅਪਰੇਜ਼ ਜਿਹੜੇ ਉੱਥੇ ਕਰਨਗੇ ਆ ਕੇ, ਸੋ ਉੱਥੇ ਪ੍ਰਾਈਸ ਆ ਰਹੀਆਂ ਨੇ। ਬਾਕੀ ਹਜੇ ਆਉਣ ਵਾਲੇ ਮਹੀਨੇ 'ਚ ਪਤਾ ਲੱਗੂ। ਹੁਣ ਇਲੈਕਸ਼ਨ ਦਾ ਬਿਗਲ ਵੱਜਿਆ ਹੈ ਜੀ, ਇਲੈਕਸ਼ਨ ਦਾ ਬਿਗਲ ਤਾਂ ਵੱਜਿਆ ਹੈ। ਉਹ 'ਚ ਵੀ ਸਭ ਤੋਂ ਵੱਧ ਗੱਲ ਅਸੀਂ ਦੇਖ ਰਹੇ ਹਾਂ ਕਿ ਕੋਵਿਡ ਤੋਂ ਉੱਤੇ ਜਾ ਕੇ ਹਾਊਸ ਅਫੋਰਡੇਬਿਲਟੀ ਦੀ ਗੱਲ ਹੋ ਰਹੀ ਹੈ। ਪਰ ਜੇਕਰ ਇਹਦੇ 'ਤੇ ਗੱਲ ਕਰੀਏ, ਤੁਸੀਂ ਜਿਵੇਂ ਕਿਹਾ ਕਿ ਹੁਣ ਓਵਰ ਪ੍ਰਾਈਸ ਜਿਹੜੇ ਉਹ ਘਰ ਨਹੀਂ ਵਿਕ ਰਿਹਾ। ਸੋ ਮੰਨ ਲਓ ਕਿ ਜਿਹੜਾ ਉਹ ਸਮਾਂ ਸੀ ਕਿ ਲੋਕ ਉਹ ਆਪਣੇ ਪੰਜਾਬ 'ਚ ਕਹਿੰਦੇ ਹੁੰਦੇ ਕਿ ਵਗਦੀ ਗੰਗਾ 'ਚ ਹੱਥ ਧੋਣ ਵਾਲੀ ਗੱਲ, ਸੋ ਲੱਗਦਾ ਕਿ ਹੁਣ ਉਹ ਹੱਲੇ ਇਸ ਵਕਤ ਉੱਤੇ ਥੋੜਾ ਵਿਰਾਮ ਲੱਗਿਆ ਹੋਇਆ। ਨਹੀਂ, ਇਹਨੂੰ ਆਪਾਂ ਗਲਤ ਤਰੀਕਾ ਉਹ ਵੀ ਨਹੀਂ ਕਹਿ ਸਕਦੇ। ਜਿਵੇਂ ਦੂਜਾ ਵੀ ਇਹ ਹੈ ਕਿ ਪ੍ਰਾਈਸਿਸ ਤਾਂ ਵਧੀਆ ਹੋਈਆਂ ਨੇ, ਪ੍ਰਾਈਸਿਸ ਥੱਲੇ ਨਹੀਂ ਆਈਆਂ, ਪਰ ਜਿਹੜੀ ਐਕਸਟ੍ਰੀਮਲੀ ਜ਼ਿਆਦਾ ਆਸਕਿੰਗ ਪ੍ਰਾਈਸ ਹੈ, ਕਿਉਂਕਿ ਇਹ ਕੋਈ ਕਾਨੂੰਨ ਨਹੀਂ ਹੈਗਾ ਕਿ ਆਪਾਂ ਆਪਦੀ ਪ੍ਰਾਪਰਟੀ ਦੀ ਕੋਈ ਪ੍ਰਾਈਸ ਮੁਕਰਰ ਵੀ ਇਹਦੀ ਤੁਸੀਂ ਇਦੋਂ ਵੱਧ ਪੈਸੇ ਮੰਗ ਨਹੀਂ ਸਕਦੇ ਜੀ। ਉਹ ਤੁਸੀਂ ਜੋ ਮਰਜ਼ੀ ਆ, ਤੁਸੀਂ ਜੋ ਮਾਰਕੀਟ ਦੇ ਵਿੱਚ ਜੇ ਇੱਕ ਪ੍ਰੋਡਕਟ ਹੈਗਾ, ਇੱਕ ਘਰ ਹੈਗਾ ਆ, ਉਹ ਲੱਗਦਾ ਮਾਰਕੀਟ ਦੇ ਵਿੱਚ ਮਿਲੀਅਨ ਦਾ, ਤੁਸੀਂ ਚਾਹੇ 15 ਲੱਖ ਮੰਗ ਲਓ। ਉਹਦਾ ਮਸਲਾ ਮੰਗਣ ਤੇ ਨਹੀਂ ਹੈਗਾ, ਮਸਲਾ ਹੁੰਦਾ ਵਿਕਣ ਤੇ। ਵਿਕਣ ਤੋਂ ਬਾਅਦ ਬਾਇਰ ਨੇ ਕਿੱਥੇ ਆਉਣਾ ਹੈ, ਪਰ ਉਦੋਂ ਬਾਅਦ ਫਿਰ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਤਾਂ ਫਿਰ ਆ ਜਾਂਦੀ ਹੈ ਜਦੋਂ ਬੈਂਕ ਨੇ ਅਪਰੇਜ਼ ਕਰਾਉਣਾ। ਉਹਨੇ ਨੇਬਰਿੰਗ ਪ੍ਰਾਪਰਟੀਜ਼ ਨਾਲ ਦੇਖਣੀਆਂ ਨੇ, ਉਹਨੇ ਦੇਖਣਾ ਨੇਬਰ ਦੇ ਵਿੱਚ ਵਿਕਿਆ ਕੀ ਹੈ ਤੇ ਕੀ ਰੀਜ਼ਨ ਆ, ਕਿਉਂ। ਹਾਂ, ਇੱਕ ਘਰ ਦੇ ਵਿੱਚ ਇੱਕ ਬੇਸਮੈਂਟ ਸਵੀਟ ਆ, ਉਹ 'ਚੋਂ ਰੈਂਟ ਆਉਂਦਾ, ਦੂਜੀ ਜੋ 2 ਹੋਣ ਉਹ 'ਚੋਂ ਵੱਧ ਆਉਂਦਾ, ਉਹਨੂੰ ਕੰਸੀਡਰ ਕਰ ਲੈਂਦੇ ਆ। ਸਕੁਅਰ ਫੁੱਟ ਕੰਸੀਡਰ ਹੁੰਦੇ ਨੇ, ਲੋਟ ਦੀ ਸਾਈਜ਼ ਹੁੰਦਾ ਆ, ਘਰ ਦੀ ਏਜ ਹੁੰਦੀ ਆ, ਦੇਰ ਮਲਟੀਪਲ ਥਿੰਗਸ। ਪਰ ਜੇ ਆਪਾਂ ਉਹਨਾਂ ਨੂੰ ਸੇਮ ਪ੍ਰੋਡਕਟ ਆਪਾਂ 1 ਲੱਖ 10 ਲੱਖ ਦਾ ਵਿਕਿਆ ਹੋਇਆ ਤੇ ਨਾਲ ਦਾ 15 ਦਾ, ਉਹ ਪੋਸੀਬਲ ਨਹੀਂ ਹੁੰਦਾ। ਉਹ ਚਾਹੇ ਬਾਇਰ ਕੋਲੇ ਬਿਲਕੁਲ ਕੈਸ਼ ਪੈਸੇ ਹੋਣਗੇ, ਪੋਸੀਬਲ ਆ ਉਹ ਦੇ ਦੇਵੇ, ਪਰ ਵਾਈ ਵੁੱਡ ਹੀ ਔਰ ਸ਼ੀ ਪੇ, ਉਹ ਕਿਉਂ ਕਰਨਗੇ। ਸੋ ਇਸ ਕਰਕੇ ਮਾਰਕੀਟ ਐਡਜਸਟ ਹੋ ਰਹੀ ਹੈ। ਜਿਹੜੀਆਂ ਪਹਿਲਾਂ ਸੀ ਆਪਾਂ 9 ਲੱਖ ਵਾਲੀ ਚੀਜ਼ 11 ਦੀ ਵੇਗੀ, 11 ਵਾਲੀ 13 ਦੀ ਵੇਗੀ, 13 ਤੋਂ 13.5 ਦੀ ਵੇਗੀ, ਹੁਣ ਉੱਥੇ ਆ ਕੇ 13.5 ਤੋਂ ਉੱਤੇ ਨਹੀਂ ਜਾ ਰਹੀ, ਹੁਣ ਉੱਥੇ ਖੜ ਗਈ ਜੀ। ਹਾਂ, ਉਹਦਾ ਮੇਨ ਰੀਜ਼ਨ ਵੀ ਹੈ ਕਿ ਉਦੋਂ ਬਾਅਦ ਤੁਸੀਂ ਕੁਆਲੀਫਾਈ ਨਹੀਂ ਕਰਦੇ ਜੀ। ਉਸ ਤੁਸੀਂ ਆਪਣਾ ਘਰ ਵੇਚ ਕੇ ਆਓਗੇ ਤਾਂ ਹੀ ਮਾਰਕੀਟ ਦੇ ਵਿੱਚ ਇਨਵੈਂਟਰੀ ਘਟਣ ਦਾ ਰੀਜ਼ਨ ਹੀ ਇਹ ਹੈ ਕਿ ਮੂਹਰੇ ਕੁਝ ਤੁਹਾਨੂੰ ਮਿਲਣਾ ਨਹੀਂ ਜੀ। ਜੇ ਮਿਲੂਗਾ ਉਹ ਮਹਿੰਗਾ ਬਹੁਤ ਮਿਲੂਗਾ, ਕਿਉਂਕਿ ਕੰਸਟਰਕਸ਼ਨ ਕਾਸਟ ਬਹੁਤ ਮਹਿੰਗੀ ਹੈ ਜੀ। ਸੋ ਇਹ ਚੀਜ਼ਾਂ ਨੇ। ਅਦਰਵਾਈਜ਼ ਜਿਹੜਾ ਘਰ ਦੀ ਪ੍ਰਾਈਸ ਠੀਕ ਆ, ਉਹ ਹੁਣ ਵੀ ਵਿਕ ਰਿਹਾ ਹੈ ਜੀ। ਜਿੱਦਾਂ ਤੁਸੀਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਤੇ ਐਕਟਿਵ ਵੀ ਕਿਹਾ ਕਿ ਜਿਹੜੇ ਕੰਸਟਰਕਸ਼ਨ ਹੈ ਉਨੀ ਨਹੀਂ ਹੋ ਰਹੀ, ਡਿਮਾਂਡ ਵੱਧ ਰਹੀ ਹੈ ਪਰ ਸਪਲਾਈ ਨਹੀਂ ਹੈ ਨਹੀਂ। ਸੋ ਉਹਨੂੰ ਮੈਨੂੰ ਲੱਗਦਾ ਕਿ ਉਹਨੂੰ ਦੇਖਦੇ ਆ ਹੁਣ
ਜਿਹੜੀਆਂ ਪਾਰਟੀਆਂ ਵਾਅਦੇ ਕਰ ਰਹੀਆਂ ਨੇ, ਲਿਬਰਲ ਨੇ ਵਾਅਦਾ ਕੀਤਾ ਕਿ ਅਸੀਂ 14 ਲੱਖ ਘਰ ਜਾਂ ਰੈਨੋਵੇਟ ਕਰਾਂਗੇ ਜੇ ਨਵਾਂ ਬਣਾਵਾਂਗੇ, ਕੰਜ਼ਰਵੇਟਿਵ ਕਹਿ ਰਹੇ ਅਸੀਂ 1 ਮਿਲੀਅਨ ਘਰ ਬਣਾਵਾਂਗੇ। ਸੋ ਤੁਸੀਂ ਇਸ ਖਿੱਤੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਇਸ ਖੇਤਰ ਦੇ ਵਿੱਚ, ਪਰ ਚਰਚਾ ਇਹ ਵੀ ਹੋ ਰਹੀ ਹੈ ਕਿ ਇਹਨਾਂ ਪਾਰਟੀਆਂ ਦੇ ਜਾਂ ਫੈਡਰਲ ਲੈਵਲ ਦੇ ਹੱਥ ਵਿੱਚ ਇਹ ਚੀਜ਼ ਹੈ ਨਹੀਂ ਗੀ, ਕਿਉਂਕਿ ਇਹਦੇ ਲਈ ਜਿਹੜੀ ਮਾਨਤਾ ਆ ਜਾਂ ਜੋ ਵੀ ਕੰਮ ਕਰਨਾ ਹੁੰਦਾ ਉਹ ਸਿਟੀ ਦੇ ਅੰਡਰ ਆਉਂਦਾ ਆ। ਸੋ ਕੀ ਇਹ ਵਾਅਦੇ ਕਰ ਸਕਦੇ ਨੇ ਇਸ ਤਰੀਕੇ ਦੇ, ਕਿਉਂਕਿ ਇਸ ਖਿੱਤੇ ਨਾਲ ਜੁੜਿਆ ਹੋਇਆ, ਤਾਂ ਮੈਂ ਤੁਹਾਨੂੰ ਪੁੱਛ ਲਿਆ ਸਵਾਲ। ਬੇਸਿਕਲੀ ਇਹ ਹੈ ਤਾਂ ਪੋਲੀਟੀਕਲ ਕੁਐਸਚਨ ਆ, ਇਹਦੇ 'ਚ ਜਿਹੜੇ ਬੰਦੇ ਪੋਲੀਟੀਸ਼ੀਅਨਸ ਨੇ ਉਹ ਬੈਟਰ ਆਨਸਰ ਕਰਦੇ ਆ ਵੀ ਕਿਹੜੀਆਂ ਫੈਡਰਲ ਗਵਰਨਮੈਂਟ ਦੇ ਕੋਲੇ ਕਿਹੇ ਜਿਹੇ ਪ੍ਰੋਗਰਾਮ ਹੈਗੇ ਨੇ ਜੀ। ਫੈਡਰਲ ਗਵਰਨਮੈਂਟ ਕੋਲੇ ਹੈਗੇ ਆ ਪ੍ਰੋਗਰਾਮ ਜਿੱਥੇ ਉਹ ਹਾਊਸਿੰਗ ਮਾਰਕੀਟ ਨੂੰ ਡਿਕਟੇਟ ਕਰ ਸਕਦੇ ਨੇ ਵਿਦ ਮਨੀ, ਕਿ ਉਹ ਜਿੱਥੇ ਰੈਂਟਲ ਘੱਟ ਆ, ਪਰ ਉਹਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਹੈਂਡ ਇਨ ਹੈਂਡ ਕੰਮ ਕਰਨਾ ਪੈਂਦਾ, ਕਿਉਂਕਿ ਜਿਹੜੀ ਮਿਊਨਿਸਪਲ ਗਵਰਨਮੈਂਟਸ ਹੁੰਦੀਆਂ ਨੇ ਜਾਂ ਕਾਰਪੋਰੇਸ਼ਨ ਹੁੰਦੀਆਂ, ਇਹਨਾਂ ਦੇ ਕੋਲੇ ਫੰਡਸ ਲਿਮਿਟਡ ਹੁੰਦੇ ਨੇ, ਕਿਉਂਕਿ ਜੇ ਆਲ ਆਫ ਸਡਨ ਤੁਸੀਂ ਜਿੰਨੇ ਸਕੁਅਰ ਫੁੱਟ ਜਾਂ ਜਿੰਨੇ ਘਰਾਂ ਨੂੰ ਕਹਿੰਦੇ ਜਾਂ ਉਹ ਬੇਸਿਕਲੀ ਸਕੁਅਰ ਫੁੱਟ ਤੇ ਗੱਲ ਕਰਦੇ ਹੁੰਦੇ ਨੇ, ਉਹ ਜਿੰਨੇ ਵੀ ਇਹ ਕਹਿੰਦੇ ਨੇ ਉਹ ਆਉਣਾ ਕਿੱਥੋਂ ਆ ਪੈਸਾ। ਹੁਣ ਉਹ ਫੰਡਿੰਗ ਕਿੱਥੋਂ ਆਉਣੀ ਹੈ? ਫੰਡਿੰਗ ਬੇਸਿਕਲੀ ਤਾਂ ਫੈਡਰਲ ਗਵਰਨਮੈਂਟ ਤੋਂ ਤੁਰਦੀ ਹੈ। ਉਹ ਫੈਡਰਲ ਗਵਰਨਮੈਂਟ ਨੇ ਫਿਰ ਹਰੇਕ ਪ੍ਰੋਵਿੰਸ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਉਹਨੂੰ ਉਹ ਡਿਵਾਈਡ ਕਰ ਦਿੰਦੇ ਨੇ। ਉਸ ਤੋਂ ਬਾਅਦ ਜਿਹੜੀ ਉੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਹੁੰਦੀ ਹੈ ਉਹਨੇ ਆਪਣੇ ਹਿਸਾਬ ਨਾਲ ਦੇਖਣਾ ਵੀ ਕਿੱਥੇ ਜਾ ਕੇ ਪਰ ਸਕੁਅਰ ਫੁੱਟ ਜਾਂ ਪਰ ਸਕੁਅਰ ਫੁੱਟ ਦੇ ਜਾਂ ਸਕੁਅਰ ਮਾਈਲ ਦੇ ਵਿੱਚ ਪਾਪੂਲੇਸ਼ਨ ਦਾ ਬੇਸ ਕਿਵੇਂ ਹੈ, ਉਵੇਂ ਉੱਥੇ ਉਹ ਡਿਸਟ੍ਰੀਬਿਊਟ ਹੁੰਦੀ ਹੈ। ਪਰ ਉਹ ਸਾਰੇ ਵਾਸਤੇ ਓਵਰਰਾਈਟ ਤਾਂ ਕੁਝ ਹੋਣਾ ਨਹੀਂਗਾ, ਇਹਦੇ ਵਾਸਤੇ ਜ਼ਮੀਨ ਵੀ ਚਾਹੀਦੀ ਹੈ। ਜ਼ਮੀਨਾਂ ਬਹੁਤ ਮਹਿੰਗੀਆਂ ਨੇ। ਉਸ ਤੋਂ ਬਾਅਦ ਫਿਰ ਕੰਸਟਰਕਸ਼ਨ ਹੁੰਦੀ ਹੈ, ਕੰਸਟਰਕਸ਼ਨ ਬਹੁਤ ਮਹਿੰਗੀ ਹੈ। ਅੱਜ ਦੀ ਤਰੀਕ ਦੇ ਵਿੱਚ ਇੱਕ ਚੀਜ਼ ਜੇ ਗਵਰਨਮੈਂਟ ਨਹੀਂ ਸਟੈਪ ਇਨ ਕਰਦੀ ਤੇ ਬਹੁਤ ਪੈਸਾ ਨਹੀਂ ਲਾਉਂਦੀ, ਤਾਂ ਰੈਂਟਲ ਹਾਊਸ ਜਦੋਂ ਤੁਸੀਂ ਬਣਾਉਂਦੇ ਹੋ ਤੁਸੀਂ $2 ਮਿਲੀਅਨ ਤਾਂ ਮਿਨੀਮਮ ਘਰ ਬਣ ਰਿਹਾ ਅੱਜ ਕੱਲ੍ਹ, ਜੇ ਆਪਾਂ ਇੱਥੋਂ ਦੀ ਗੱਲ ਕਰਦੇ ਹਾਂ ਤਾਂ $2 ਮਿਲੀਅਨ ਦੇ ਵਿੱਚੋਂ ਜੇ ਤੁਸੀਂ ਸਾਰਾ ਘਰ ਰੈਂਟ ਵੀ ਕਰੋਗੇ ਤਾਂ ਤੁਸੀਂ $5,000 ਲੈ ਕੇ ਆਉਣੇ ਜੀ ਵੱਧੋ ਵੱਧ। ਤਾਂ ਤੁਸੀਂ ਕਿਵੇਂ ਸਪੋਰਟ ਕਰੋਗੇ 2 ਮਿਲੀਅਨ ਨੂੰ? ਤੁਸੀਂ ਅੱਗੇ ਕੀ ਕਰੋਗੇ? ਉਹ ਹੁੰਦਾ ਕਿ ਤੁਹਾਡਾ ਪੈਸਾ ਲੱਗਿਆ ਉਹ ਸਪੋਰਟ ਕਰਕੇ ਤੁਹਾਡੇ ਕੋਲੇ ਕੋਈ ਲੰਪਸਮ ਬਚੇ ਵੀ ਟੂ ਪਲੇ ਵਿਦ। ਸੋ ਇਸ ਕਰਕੇ ਇਹ ਜਿਹੜੇ ਪਲਾਨ ਨੇ ਜੋ ਆਪਾਂ ਨਾਲ ਇਹ ਅਗਲੇ 5 ਸਾਲ 10 ਸਾਲ ਦਾ ਨਾਲ ਇਹ ਇੱਕ ਛੋਟਾ ਜਿਹਾ ਲਿਖ ਦਿੰਦੇ ਆ ਵੀ ਅਗਲੇ 10 ਸਾਲਾਂ 'ਚ, ਅਗਲੇ 5 ਸਾਲਾਂ 10 ਸਾਲ ਦੇ ਵਿੱਚ ਤਾਂ ਪਾਪੂਲੇਸ਼ਨ ਨੇ ਬਹੁਤ ਗਰੋ ਹੋ ਜਾਣਾ, ਰੀਅਲ ਸਟੇਟ ਨੇ ਬਹੁਤ ਜ਼ਿਆਦਾ ਗਰੋ ਹੋ ਜਾਣਾ। ਸੋ ਬੇਸਿਕਲੀ ਦੂਜਾ ਇਹ ਵੀ ਆ, ਜਦੋਂ ਵੀ ਕਿਸੇ ਫੰਡਿੰਗ 'ਚ ਪੈਸੇ ਆਉਣੇ ਨੇ ਉਹ ਆਉਣੇ ਕਿੱਥੋਂ ਨੇ ਜੀ? ਉਹ ਐ ਤਾਂ ਹੈ ਨਹੀਂ ਵੀ ਗਵਰਨਮੈਂਟ ਨੇ ਹੋਰ ਪ੍ਰਿੰਟ ਕਰਕੇ ਤੁਹਾਨੂੰ ਦੇ ਦੇਣੇ ਨੇ ਜੀ। ਉਹ ਆਉਣੇ ਤਾਂ ਤੁਹਾਡੀ ਟੈਕਸ ਪੇਅਰ ਦੀ ਪਾਕਟ 'ਚੋਂ ਹੀ ਆ। ਉਹ ਬੈਲੈਂਸ ਇੱਧਰੋਂ ਦੇ ਦੇਣਗੇ ਇੱਧਰੋਂ ਲੈਣਗੇ, ਸਮਝਣ ਦੀ ਗੱਲ ਤੇ ਪੈਸੇ ਆਉਣੇ ਕਿੱਥੋਂ ਨੇ ਜੀ, ਉਹ ਆਪਾਂ ਨੂੰ ਹੋਰ ਟੈਕਸ ਲੱਗ ਜਾਣਾ। ਸੋ ਉਹ ਚੀਜ਼ਾਂ ਨੇ, ਉਹ ਤਾਂ ਗਵਰਨਮੈਂਟ ਨੇ ਆਪਣੇ ਕਾਰਡਸ ਪਲੇ ਕਰਨੇ ਨੇ। ਪਰ ਜੇ ਫੋਰ ਐਗਜ਼ਾਮਪਲ ਜਿਹੜੀ ਹੁਣ ਦੀ ਗਵਰਨਮੈਂਟ ਆ ਉਹ ਅੱਗੇ ਪ੍ਰੋਮਿਸ ਕਰਦੀ ਹੈ ਤੇ ਇਹ ਪਿਛਲੇ 5 ਸਾਲ 'ਚ ਕਿਉਂ ਨਹੀਂ ਹੋਇਆ ਜਾਂ 4 ਸਾਲ 'ਚ ਕਿਉਂ ਨਹੀਂ ਹੋਇਆ, ਇਹ ਵੀ ਇੱਕ ਕੁਐਸਚਨ ਬਣਦਾ ਹੈ ਜੀ। ਇੱਕ ਹੋਰ ਵਾਅਦਾ ਹੈ, ਉਹ ਕਹਿੰਦੇ ਕਿ ਅਸੀਂ ਫੋਰਨ ਬਾਇਰਸ ਜਿਹੜੇ ਖਾਸ ਕਰਕੇ ਕੰਜ਼ਰਵੇਟਿਵ ਵਾਅਦਾ ਕਰ ਰਿਹਾ ਕਿ ਉਹ ਅਸੀਂ ਬਿਆਨ ਕਰਾਂਗੇ। ਹਾਲ ਪਹਿਲਾਂ ਵੀ ਆਪਾਂ ਚਰਚਾ ਕੀਤੀ ਕਿ ਇਸ ਵਕਤ ਜਿਹੜੇ ਘਰ ਰੇਟ ਵਧੇ ਸੀਗੇ, ਤੁਸੀਂ ਵਿਸਥਾਰ ਨਾਲ ਦੱਸਿਆ ਸੀ ਕਿ ਉਹਦੇ ਵਿੱਚ ਉਹਨਾਂ ਦਾ ਕੋਈ ਬਹੁਤਾ ਹੱਥ ਹੈ ਨਹੀਂ, ਕਿਉਂਕਿ ਕੋਵਿਡ ਦੇ ਕਰਕੇ ਜਿਹੜੀ ਇਮੀਗ੍ਰੇਸ਼ਨ ਆ ਨਹੀਂ ਰਹੀ ਜਾਂ ਬਾਹਰੋਂ ਬਹੁਤੇ ਲੋਕ ਆ ਨਹੀਂ ਰਹੇ ਨਾ ਉਹ ਖਰੀਦ ਰਹੇ ਆ। ਪਰ ਮੇਨ ਇਸ ਚੀਜ਼ ਨੂੰ ਵੀ ਉਸ ਗੱਲ ਤੇ ਥੋਪਿਆ ਜਾ ਰਿਹਾ ਕਿ ਜਿਹੜੇ ਫੋਰਨ ਬਾਇਰਸ ਆ ਉਹਨਾਂ ਦੇ ਕਰਕੇ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਨੇ। ਮੇਰਾ ਖਿਆਲ ਕੋਈ ਇਹ ਜਿਹਾ ਹਜੇ ਤੱਕ ਕੋਈ ਵੀ ਚੀਜ਼ ਇਹੋ ਜਿਹੀ ਸਾਹਮਣੇ ਨਹੀਂ ਆਈ ਕਿ ਉਹਨਾਂ ਦੇ ਕਰਕੇ ਪ੍ਰਾਈਸਾਂ ਵਧ ਰਹੀਆਂ ਨੇ। ਡਿਮਾਂਡ ਤਾਂ ਇੱਥੋਂ ਲੋਕਲ ਨਹੀਂ ਪੂਰੀ ਹੋ ਰਹੀ ਹਜੇ ਤੱਕ ਜੀ। ਸੋ ਉਹਨਾਂ ਦੇ ਕਰਕੇ ਤਾਂ ਵਧਣਗੀਆਂ ਜੇ ਲੋਕਲ ਡਿਮਾਂਡ ਪੂਰੀ ਹੁੰਦੀ ਹੋਵੇ। ਉਹ ਤਾਂ ਕੁਝ ਬਾਏ ਨਹੀਂ ਕਰ ਰਹੇ, ਹਰੇਕ ਕੰਟਰੀ ਤੋਂ ਬੈਨ ਲੱਗਿਆ ਹੋਇਆ ਹਜੇ ਵੀ। ਪਹਿਲਾਂ ਇਹ ਲੱਗਦਾ ਸੀ ਜੋ ਹਾਂਗਕਾਂਗ ਤੋਂ ਬੜੀ ਆਸ ਸੀਗੀ ਸਾਰਿਆਂ ਨੂੰ ਵੀ ਹਾਂਗਕਾਂਗ ਨੇ ਖੁੱਲ੍ਹ ਜਾਣਾ। ਪਹਿਲਾਂ ਕਹਿੰਦੇ ਸੀ ਲਾਸਟ ਦਸੰਬਰ ਦੇ ਵਿੱਚ, ਫਿਰ ਕਹਿੰਦੇ ਮਈ ਦੇ ਵਿੱਚ, ਹੁਣ ਕਹਿੰਦੇ ਅਕਤੂਬਰ ਦੇ ਵਿੱਚ। ਹੁਣ ਸਾਰਾ ਕੁਝ ਤਾਂ ਹੋ ਹੀ ਜਾਂਦਾ, ਪਰ ਹਾਂਗਕਾਂਗ ਤਾਂ ਇਹ ਦਿਖਿਆ ਨਹੀਂ ਕਿਤੇ। ਸੋ ਪਰ ਪ੍ਰਾਈਸਿਸ ਨਾ ਤਾਂ ਹਾਂਗਕਾਂਗ ਵਾਲੇ ਰਹਿਣਗੇ ਕਿਤੇ ਜੀ, ਜਗ੍ਹਾ ਤਾਂ ਇੱਥੇ ਨਾ ਰੈਂਟਲ ਆ ਸਾਡੇ ਕੋਲ, ਨਾ ਸਾਡੇ ਕੋਲ ਦੂਸਰੇ ਘਰ ਨੇ, ਜਾਂ ਨਾ ਵੇਚਣ ਨੂੰ ਆ, ਨਾ ਕੁਛ ਲੈਣ ਨੂੰ ਆ। ਸੋ ਉਹਨਾਂ ਨੇ ਆ ਕੇ ਰਹਿਣਾ ਵੀ ਕਿੱਥੇ? ਸੋ ਮਾਰਕੀਟ ਥੋੜ੍ਹੀ ਜਿਹੀ ਸਕੇਰੀ ਆ। ਹਾਂ, ਇਹ ਹੋ ਸਕਦਾ ਕਿ ਗਵਰਨਮੈਂਟ ਕੋਈ ਇਹੋ ਜਿਹਾ ਪਲਾਨ ਕਰੇ ਕਿ ਜਿਹੜੀ ਜ਼ਮੀਨ ਨੂੰ ਜੇ ALR ਤੋਂ A1 ਦੇ ਵਿੱਚ ਤੁਹਾਨੂੰ ਸਹੂਲਤ ਵਧਾਵੇ, ਉੱਥੇ ਤੁਹਾਨੂੰ ਕੰਸਟਰਕਸ਼ਨ ਕਰਨ ਦੇਵੇ, ਉਹਦੇ ਨਾਲ ਲੈਂਡ ਕਾਫੀ ਖੁੱਲ੍ਹ ਸਕਦਾ। ਜਿਵੇਂ ਪਹਿਲਾਂ ਵੀ ਕਿੰਨੀ ਵਾਰੀ ਆਪਾਂ ਗੱਲ ਕੀਤੀ ਹੈ, ਜਾਂ ਇੰਟੀਰੀਅਰ ਦੇ ਵਿੱਚ ਜਾਂ ਤੁਸੀਂ ਜਿਹੜੇ ਸ਼ਹਿਰ ਨੇ ਜਿਹੜੇ ਡਿਵੈਲਪ ਨਹੀਂ ਹੋ ਰਹੇ ਉੱਥੇ ਕੁਛ ਨਾ ਕੁਛ ਕੀਤਾ ਜਾਵੇ। ਗਵਰਨਮੈਂਟ ਵੱਲੋਂ ਉੱਥੇ ਕੋਈ ਜੌਬਸ ਕ੍ਰੀਏਟ ਕੀਤੀਆਂ ਜਾਣ ਤਾਂ ਕਿ ਜਿਹੜੀ ਪਾਪੂਲੇਸ਼ਨ ਦੀ ਜਿਹੜੀ ਮਾਈਗ੍ਰੇਸ਼ਨ ਸ਼ੁਰੂ ਹੋਵੇ। ਇੰਸਟੈਡ ਆਫ ਸਾਰਾ ਕੁਛ ਈਸਟ ਤੇ ਵੈਸਟ ਕੋਸਟ ਵੱਲ ਨੂੰ ਜਾ ਰਿਹਾ, ਸੈਂਟਰਲ ਕੈਨੇਡਾ ਦੇ ਵਿੱਚ ਕੁਛ ਨਹੀਂ ਬੜਾ ਮੂਵ ਨਹੀਂ ਹੋ ਰਿਹਾ। ਸੋ ਜੋ ਉੱਧਰ ਨੂੰ ਸਾਰਾ ਕੁਛ ਨਾ ਕੁਛ ਕਰਨਗੇ ਤਾਂ ਪੋਸੀਬਿਲਿਟੀ ਹੈ ਕਿ
ਜਿਹੜੀ ਰੀਅਲ ਸਟੇਟ ਦੀ ਪ੍ਰਾਈਸ ਤੇ ਮਾੜਾ ਮੋਟਾ ਠੱਲ ਪੈ ਸਕਦੀ ਹੈ ਜੀ ਅਦਰਵਾਈਜ਼ ਇੱਥੇ ਰਹਿਣਾ ਤਾਂ ਇਹ ਇੱਕ ਵੈਕੇਸ਼ਨ ਪਲੇਸ ਬਣ ਜੂਗੀ ਇੱਥੇ ਚੀਜ਼ ਬਾਏ ਕਰਨੀ ਇੱਕ ਸੁਪਨਾ ਜ਼ਰੂਰ ਬਣ ਜੂ ਜੀ ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਸੈਂਟਰਲ ਕੈਨੇਡਾ ਵੱਲ ਲੋਕ ਘਟ ਜਾ ਰਹੇ ਆ ਪਰ ਜਿਵੇਂ ਆਸਟ੍ਰੇਲੀਆ ਨੇ ਕੀਤਾ ਸੀਗਾ ਉਹ ਬਹੁਤ ਸਖਤੀ ਨਾਲ ਉਹਨਾਂ ਨੇ ਕੀਤਾ ਸੀ ਕਿ ਵੱਡੇ ਸ਼ਹਿਰਾਂ ਦੇ ਵਿੱਚੋਂ ਲੋਕ ਕੱਢ ਕੇ ਜਿਹੜੇ ਨਵੀਂ ਇਮੀਗ੍ਰੇਸ਼ਨ ਆਉਂਦੀ ਉਹਨਾਂ ਨੂੰ ਛੋਟੇ ਸ਼ਹਿਰਾਂ ਵੱਲ ਭੇਜਿਆ ਜਾਵੇ ਸੋ ਲੱਗਦਾ ਕਿ ਜਿਹੜੀਆਂ ਇੱਥੇ ਘਰਾਂ ਦੀਆਂ ਕੀਮਤਾਂ ਇਸ ਤਰੀਕੇ ਨਾਲ ਵੱਧ ਰਹੀਆਂ ਨੇ ਔਰ ਬਹੁਤ ਸਾਰੇ ਲੋਕ ਗਏ ਵੀ ਨੇ ਔਰ ਤੁਸੀਂ ਮੈਨੂੰ ਲੱਗਦਾ ਪੂਰੇ BC 'ਚ ਘੁੰਮ ਕੇ ਦੇਖਦੇ ਹੋ ਕਿ ਉੱਥੇ ਕਿਸ ਤਰੀਕੇ ਨਾਲ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ ਸੋ ਇੱਥੇ ਸਰਕਾਰ ਤੋਂ ਨਹੀਂ ਸਖਤੀ ਨਾਲ ਨਹੀਂ ਕਰਦੀ ਛੋਟੇ ਮੋਟੇ ਇਮੀਗ੍ਰੇਸ਼ਨ ਪ੍ਰੋਗਰਾਮ ਚੱਲਦੇ ਆ ਪਰ ਜਿਹੜੀਆਂ ਘਰਾਂ ਦੀਆਂ ਕੀਮਤਾਂ ਆ ਇਹ ਲੋਕਾਂ ਨੂੰ ਜ਼ਰੂਰ ਜਿਹੜਾ ਮੇਰੇ ਖਿਆਲ ਨਾਲ ਛੋਟੇ ਸ਼ਹਿਰਾਂ ਵੱਲ ਭੇਜ ਰਹੀਆਂ ਨੇ ਹਾਂਜੀ ਪਹਿਲੋਂ ਜਿਹੜੇ ਤੁਸੀਂ ਨਾ ਆਪਾਂ ਪਹਿਲਾ ਕੁਐਸਚਨ ਤੇ ਵੀ ਆਪਾਂ ਗੱਲ ਕਰੀਏ ਵੀ ਜਿਹੜਾ ਫੋਰਨ ਬਾਹਰ ਸੀਗਾ ਜਿਹੜੇ ਜਦੋਂ ਕੋਈ ਡੈਮੋਕ੍ਰੈਟਿਕ ਕੰਟਰੀਜ਼ ਨੇ ਜਿਵੇਂ ਉੱਥੇ ਉਹਨੂੰ ਜੇ ਲਾਅ ਦੇ ਹਿਸਾਬ ਨਾਲ ਕਰਦੇ ਆ ਜੀ ਤੇ ਅੱਜ ਤੋਂ ਤਕਰੀਬਨ ਮੈਂ ਗੱਲ 12-13 ਦੀ ਕਰਦਾ ਤੇ ਕਾਫੀ ਇਮੀਗ੍ਰੇਸ਼ਨ ਸੀਗੀ ਜਿਹੜੀ ਸੈਂਟਰਲ ਏਸ਼ੀਆ ਤੋਂ ਤੇ ਇਧਰੋਂ ਆਈ ਹੈ ਜੀ ਤੇ ਉਦੋਂ ਕੁਬੈਕ ਨੇ ਖੋਲ੍ਹਿਆ ਸੀ ਪ੍ਰੋਗਰਾਮ ਉਹ ਹੋਇਆ ਕਿ ਉਹਨਾਂ ਨੇ ਖੋਲ੍ਹਿਆ ਸੀ ਸਿਰਫ ਵੈਲਦੀ ਲੋਕਸ ਵਾਸਤੇ ਜਿਹੜੀ ਵੈਲਦੀ ਪਾਪੂਲੇਸ਼ਨ ਆ ਜਿਹੜੇ ਕੋਲ ਪੈਸੇ ਹੈਗੇ ਉਹ ਪੈਸੇ ਨਾਲ ਆਪਣੀ ਇਮੀਗ੍ਰੇਸ਼ਨ ਲੈਂਦੇ ਉਹਨੇ ਕੀ ਕੀਤਾ ਉਹ ਆ ਕੇ ਪੈਸਾ ਪਾਰਕ ਕੀਤਾ ਕੁਬੈਕ ਦੇ ਵਿੱਚ ਤੇ ਜਿਹੜਾ ਉਹ ਪੈਸੇ ਦਾ ਬੈਨੀਫਿਟ ਕੁਬੈਕ ਲੈ ਰਿਹਾ ਉਹ ਆਪਣਾ ਸਮਾਨ ਚੱਕ ਕੇ ਉਹ ਸਾਰੇ BC ਚ ਜੀ ਸਾਰਾ ਬਰਡਨ ਜਿਹੜਾ ਆ ਉਹ BC ਤੇ ਸੀਗਾ ਉਹਨਾਂ ਦਾ ਮੈਡੀਕਲ ਦਾ ਹੋਰ ਸਾਰਾ ਕੁਝ ਓਬਵੀਅਸਲੀ ਉਹ ਚੀਜ਼ਾਂ ਹੁਣ ਡੈਮੋਕ੍ਰੇਸੀ ਦੇ ਵਿੱਚ ਐਂ ਕਰ ਨਹੀਂ ਸਕਦੇ ਕਿ ਤੁਸੀਂ ਜੇ ਪੇਪਰ ਭਰਿਆ ਤੁਸੀਂ ਕੈਮਰੂ ਸਮੂਹ ਹੋਣਾ ਕਲੋਨਾ ਹੋਣਾ ਜਾਂ ਤੁਸੀਂ ਗੋਲਡਨ ਜਾ ਰਹੇ ਹੋ ਵੀ ਤੁਹਾਨੂੰ ਉੱਥੇ ਹੀ ਰਹਿਣਾ ਪੈਣਾ ਕਿਉਂਕਿ ਇਹ ਡੈਮੋਕ੍ਰੇਸੀ ਨਹੀਂ ਰਹਿੰਦੀ ਫਿਰ ਉਹਨੂੰ ਕਿਵੇਂ ਡਿਕਟੇਟ ਕਰਨਾ ਇਹ ਪੋਲੀਟੀਸ਼ੀਅਨਸ ਦਾ ਕੰਮ ਹੈ ਇਹਨੂੰ ਕਿਵੇਂ ਰੱਖਣਗੇ ਉਹ ਬੰਦਾ ਉੱਥੇ ਤਾਂ ਹੀ ਰਹੂਗਾ ਜਾਂ ਕੋਈ ਵੀ ਫੈਮਿਲੀ ਉੱਥੇ ਤਾਂ ਹੀ ਰਹੂਗੀ ਜੇ ਉਹਦਾ ਸਰਵਾਈਵਲ ਮੋਡ ਹੋਊਗਾ ਉੱਥੇ ਜੇ ਸਰਵਾਈਵਲ ਨਹੀਂ ਹੋਊਗਾ ਸਸਤੇ ਘਰ ਨੂੰ ਕੀ ਕਰੂਗਾ ਇੱਟਾਂ ਤਾਂ ਖਾਣੀਆਂ ਨਹੀਂ ਖਾਣਾ ਤਾਂ ਫੂਡ ਆ ਜੀ ਸੋ ਉਹਦੇ ਵਾਸਤੇ ਉਹਨਾਂ ਨੂੰ ਇਨਕਮ ਦਾ ਜ਼ਰੀਆ ਕ੍ਰੀਏਟ ਕਰਨਾ ਪੈਣਾ ਉਹ ਬਹੁਤ ਲਾਜ਼ਮੀ ਹੈ ਜੀ ਸੋ ਹੁਣ ਵੀ ਹਾਈਵੇ ਦੇ ਉੱਪਰ ਜਿਹੜੇ ਟਾਊਨਸ ਨੇ ਉਹਨਾਂ ਦੇ ਵਿੱਚ ਡਿਵੈਲਪਮੈਂਟ ਕਾਫੀ ਦੇਖੀ ਜਾ ਰਹੀ ਹੈ ਇਸ ਵਾਰੀ ਜੀ ਹੁਣ ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਪ੍ਰਿੰਸ ਜੋਰਜ ਦੀ ਜੀ ਸੋ ਹੁਣ ਪ੍ਰਿੰਸ ਜੋਰਜ ਵੀ ਦੇਖਿਆ ਜਾਵੇ ਉਹਦੀ ਲੋਕੇਸ਼ਨ ਹੁਣ ਸੋਹਣੀ ਆ ਕਿਉਂਕਿ ਉਧਰੋਂ ਤੁਸੀਂ ਅਲਾਸਕਾ ਨੂੰ ਵੀ ਜਾਂਦੇ ਹੋ ਪ੍ਰਿੰਸ ਰੂਪਰਟ ਨੂੰ ਵੀ ਜਾਂਦੇ ਹੋ ਐਡਮਿੰਟਨ ਵੀ ਉਧਰੋਂ ਟ੍ਰੈਫਿਕ ਕਾਫੀ ਨਿਕਲਦਾ ਸੋ ਹੁਣ ਤੁਸੀਂ ਦੇਖੋਗੇ ਪ੍ਰਿੰਸ ਜੋਰਜ ਦੇ ਵਿੱਚ ਵਿਲੀਅਮ ਲੇਕਸ ਦੇ ਵਿੱਚ ਤਾਂ ਜਾਂ ਕਲੋਨਾ ਦਾ ਪਹਿਲਾਂ ਹੀ ਕਾਫੀ ਮਹਿੰਗਾ ਹੈ ਕੈਮਲੂਸ ਈਵਨ ਮੇਰਟ ਦੇ ਵਿੱਚ ਕਾਫੀ ਐਕਟੀਵਿਟੀ ਵਧੀ ਹੋਈ ਹੈ ਤੇ ਇੱਥੇ ਬੰਦਾ ਅਫੋਰਡ ਨਹੀਂ ਕਰਦਾ ਤੁਸੀਂ ਉਨੀ ਹੀ ਜ਼ਮੀਨ ਜਿਹੜੀ ਆ ਇੱਥੇ 1 ਏਕੜ ਜੇ 5 ਮਿਲੀਅਨ ਦਾ ਬਾਏ ਕਰਦੇ ਹੋ ਉੱਥੇ 5 ਮਿਲੀਅਨ 10 ਏਕੜ ਆਉਂਦੇ ਨੇ ਜਾਂ 5 ਮਿਲੀਅਨ ਦੇ 7 ਏਕੜ ਆਉਂਦੇ ਤੁਸੀਂ ਇਨਵੈਸਟ ਉੱਥੇ ਹੀ ਕਰਦੇ ਯੋਰ ਡਾਲਰ ਗੋਜ਼ ਫਾਰ ਦੇਅਰ ਇੱਥੇ ਤੁਹਾਡਾ ਡਾਲਰ ਬਹੁਤ ਨੇੜੇ ਹੋ ਜਾਂਦਾ ਫਿਰ ਤੁਹਾਨੂੰ ਉੱਡਾ ਵੱਡਾ ਬਾਇਰ ਚਾਹੀਦਾ ਤੁਹਾਡੀ ਇਨਵੈਸਟਮੈਂਟ ਬਹੁਤ ਵੱਡੀ ਹੋ ਜਾਂਦੀ ਹੈ ਜੋ ਤੱਕ ਇਕੱਲੇ ਬਾਇਰ ਤੇ ਨਹੀਂ ਜਿਹੜਾ ਇਨਵੈਸਟਰ ਆ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਬਰਡਨ ਆਉਣਾ ਇਸ ਚੀਜ਼ ਦਾ ਜੀ ਸੋ ਜੇਕਰ ਤੁਸੀਂ ਹੁਣ ਇੰਦਰ ਸ਼ਹਿਰਾਂ ਦੀ ਗੱਲ ਕੀਤੀ ਆ ਜਦੋਂ ਹੁਣ ਲੋਕ ਉਧਰ ਜਾਂਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਆ ਇਸ ਵਾਰ ਜਿਹੜੀ ਜਿਸ ਤਰੀਕੇ ਨਾਲ ਹੁਣ ਅਸੀਂ ਕਹਿੰਦੇ ਆ ਕਿ ਵੈਦਰ ਦੇ ਵਿੱਚ ਚੇਂਜ ਆਈ ਆ ਜਿਹੜੀਆਂ ਅੱਗਾਂ ਐਕਟੀ ਬਹੁਤ ਲੱਗੀਆਂ ਨੇ ਸੋ ਇਹ ਵੀ ਚੀਜ਼ਾਂ ਇਫੈਕਟ ਪਾਉਂਦੀਆਂ ਨੇ ਕਿ ਫਿਰ ਉਸ ਏਰੀਆ 'ਚ ਘਰਾਂ ਦੇ ਰੇਟ ਵੱਧਦੇ ਕਰਦੇ ਨੇ ਕਿ ਯਾਰ ਉੱਥੇ ਖਬਰ ਸੁਣੀ ਸੀ ਉੱਥੇ ਇੰਨਾ ਨੁਕਸਾਨ ਅੱਗ ਨਾ ਹੋ ਗਿਆ ਜਿੰਨੀ ਗਰਮੀ ਉੱਥੇ ਜ਼ਿਆਦਾ ਹੁੰਦੀ ਆ ਜਾਂ ਉੱਥੇ ਸਨੋ ਜ਼ਿਆਦਾ ਪੈਂਦੀ ਬਾਅਦ 'ਚ ਪੈਂਦੀ ਆ ਇਹ ਚੀਜ਼ਾਂ ਦੇ ਫਰਕ ਪੈਂਦੇ ਨੇ ਹਾਂਜੀ ਡੈਫੀਨਿਟਲੀ ਪੈਂਦੇ ਨੇ ਪਰ ਦੂਸਰੇ ਪਾਸੇ ਹੁੰਦਾ ਵੀ ਤੁਸੀਂ ਜੇ ਆਪਾਂ ਅੱਗਾਂ ਦਾ ਵੀ ਦੇਖਦੇ ਹਾਂ ਉਹਨਾਂ ਨੇ ਕੋਈ ਪਰਟੀਕੂਲਰ ਜਗ੍ਹਾ ਤਾਂ ਹੈ ਨਹੀਂ ਇੱਥੇ ਅੱਗ ਹਰ ਸਾਲ ਲੱਗੂਗੀ ਜੀ ਇੱਥੇ ਫਲੱਡਿੰਗ ਹਰ ਸਾਲ ਆਊਗੀ ਸੋ ਉਹ ਸਪੌਟਸ ਹੁੰਦੇ ਨੇ ਡਿਫਰੈਂਟ ਸਪੌਟਸ ਨੇ ਜੀ ਪਰ ਇਹ ਸਾਰੇ ਹੋਣ ਦੇ ਬਾਵਜੂਦ ਵੀ ਇੰਨੀਆਂ ਅੱਗਾਂ ਲੱਗਣ ਦੇ ਲਾਸਟ ਈਅਰ ਵੀ ਘੱਟ ਲੱਗੀਆਂ ਸੀ ਉਦੋਂ ਪ੍ਰੀਵੀਅਸਲੀ ਬਹੁਤ ਜ਼ਿਆਦਾ ਲੱਗੀਆਂ ਸੀ ਉਹਦੇ ਹਿਸਾਬ ਨਾਲ ਵੀ ਹਜੇ ਵੀ ਮਾਈਗ੍ਰੇਸ਼ਨ ਹੈਗੀ ਹੈ ਜੀ ਸੋ ਕਿਉਂਕਿ ਕੁਝ ਸਿਸਟਮ ਵਧੀਆ ਨੇ ਇੱਥੋਂ ਦੇ ਕੋਈ ਫਾਇਰ ਡਿਪਾਰਟਮੈਂਟਸ ਦੇ ਕੁਝ ਤੁਹਾਨੂੰ ਪਹਿਲਾਂ ਇਵੈਕੂਏਸ਼ਨ ਦੇ ਜਾਂ ਇੰਸ਼ੋਰੈਂਸ ਕਵਰ ਕਰਦੀ ਆ ਸੋ ਉਹ ਹਰ ਚੀਜ਼ ਇਫੈਕਟ ਤਾਂ ਕਰਦੀ ਹੈ ਜੀ ਪਰ ਮੇਨ ਚੀਜ਼ ਤਾਂ ਇਹ ਵੀ ਉਹ ਸਰਵਾਈਵਲ ਕਰਕੇ ਹੁਣ ਉੱਥੇ $2000 ਤੁਹਾਡੇ ਘਰ ਦੀ ਪੇਮੈਂਟ ਨਹੀਂ ਬਣਨੀ ਇੱਥੇ $2000 ਬੰਦਾ ਬੇਸਮੈਂਟ ਪੇ ਕਰ ਰਿਹਾ ਸੋ ਉਹ ਕਰਕੇ ਇਟ ਇਜ਼ ਇੰਪੋਰਟੈਂਟ ਕਿ ਜੇ ਇੰਟੀਰੀਅਰ ਜਾਓਗੇ ਤਾਂ ਉੱਥੇ ਜੰਗਲ ਤਾਂ ਹੈਗੀ ਆ ਕਿਉਂਕਿ ਆਪਣੀ ਜਿਹੜੀ ਇੱਥੇ ਗਰੋਥ ਆ ਕੈਨੇਡਾ ਦੇ BC ਦੀ ਉਹਦੀ ਜਦੋਂ ਪਹਿਲਾਂ ਵੀ ਗੱਲ ਕੀਤੀ ਤਕਰੀਬਨ ਹਜੇ ਵੀ 92% ਕਰਾਊਨ ਲੈਂਡ ਪਿਆ ਕਰਾਊਨ ਲੈਂਡ ਦੇ ਵਿੱਚ ਹੈ ਹੀ ਜੰਗਲ ਹੈ ਤਾਂ ਜਿੱਥੇ ਜੰਗਲ ਹੈਗਾ ਉੱਥੇ ਅੱਗ ਲੱਗਣ ਦੀ ਸੰਭਾਵਨਾ ਹੈਗੀ ਆ ਪਰ ਟਾਊਨਸ ਨੂੰ ਕਾਫੀ ਪ੍ਰੋਟੈਕਟ ਕਰਦੇ ਨੇ ਜੀ ਹੁਣ ਆਪਾਂ ਵਾਪਸ ਮੈਟਰੋ ਵੈਨਕੂਵਰ ਤੇ ਆਉਂਦੇ ਆ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਇੱਥੇ ਹੀ ਰਹਿਣ ਦੀ ਲੋੜ ਹੁੰਦੀ ਹੈ ਇੱਥੇ ਬਿਜ਼ਨਸ ਹੁੰਦੇ ਆ ਸੋ ਹੁਣ ਕੁਝ ਪਿਛਲੇ ਸਮੇਂ 'ਚ ਲੋਕ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਇਹ ਦੇਖ ਕੇ ਘਰ ਵੇਚਤੇ ਕਿ ਹੁਣ ਮਹਿੰਗੇ ਵਿਕ ਰਿਹਾ ਪਰ ਅੱਗੇ ਲੈ ਨਹੀਂ ਹੋਏ ਸੋ ਉਹਨਾਂ ਲਈ ਹੁਣ ਕਿਸ ਤਰੀਕੇ ਦਾ ਸਕੋਪ ਹੈ ਇੱਥੇ ਮੈਟਰੋ ਵੈਨਕੂਵਰ ਦੇ ਸ਼ਹਿਰਾਂ ਦੇ ਵਿੱਚ ਚਾਹੇ ਸਰੀ ਆਪਾਂ ਲਾ ਲਈਏ ਜਾਂ ਹੋਰ ਆਲੇ ਦੁਆਲੇ ਦੇ ਸ਼ਹਿਰ ਲਾ ਲਈਏ ਇੱਥੇ ਇਸ ਵਕਤ ਕੀ ਸੰਭਾਵਨਾਵਾਂ ਨੇ ਬੜਾ ਡਿਫਿਕਲਟ ਕੁਐਸਚਨ ਹੈ ਜੀ ਬੜੀ ਔਖੀ ਹੈ ਕੋਈ ਸੰਭਾਵਨਾ ਹਜੇ ਤੱਕ ਦਿਖਣੀ ਨਹੀਂ ਆ ਹਾਂ ਥੋੜੇ ਜਿਹੀਆਂ ਪ੍ਰਾਪਰਟੀਆਂ ਨਵੀਆਂ ਨਿਕਲੀਆਂ ਨੇ ਜੇ ਐਡੇ ਸ਼ਹਿਰਾਂ ਦੇ ਵਿੱਚ 500-700 ਲੋਟ ਨਿਕਲਦੀ ਵੀ ਹੈ ਨਵੀਂ ਤਾਂ ਉਹ ਆਟੇ ਦੀ ਲੂਣ ਬਰਾਬਰ ਹੀ ਹੁੰਦੀ ਹੈ ਉਹਦਾ ਕੋਈ ਬੜਾ ਮੈਟਰ ਨਹੀਂ ਕਰਦਾ
ਸੋ ਹਜੇ ਤੱਕ ਵੀ ਡੋਂਟ ਸੀ ਮੱਚ ਵੀ ਤੇ ਕੀ ਹੋਊਗਾ। ਹਾਂ, ਦੂਜਾ ਕੰਮ ਇਹ ਜ਼ਰੂਰ ਹੈਗਾ ਕਿਉਂਕਿ ਆਪਾਂ ਸਾਰੇ ਇੱਥੇ ਜ਼ਿਆਦਾ ਇੱਕ ਹਾਊਸਿੰਗ ਮਾਰਕੀਟ ਹੀ ਹੈ, ਜ਼ਿਆਦਾ ਇੱਕ ਬਿਜ਼ਨਸ ਵਾਂਗੂ ਵੀ ਕੰਮ ਕਰਦੇ ਹਾਂ। ਜਿਹੜੇ ਆਪਾਂ ਬਹੁਤ ਜਿਹੜੇ ਇਹ ਵੀ ਕਾਫੀ ਰੌਲਾ ਪਿਆ ਹੋਇਆ ਕਿ ਜਿਹਨਾਂ ਨੇ ਕੋਈ ਮਲਟੀਪਲ ਹਾਊਸਿਸ ਨੇ ਜਿਨ੍ਹਾਂ ਕੋਲੇ ਵੀ ਉਹਨਾਂ ਨੂੰ ਫੋਰਸ ਕੀਤਾ ਜਾਵੇ ਵੇਚਣ, ਕਿਉਂਕਿ ਰੈਂਟਲ ਫਿਰ ਉਹ ਰੈਂਟਲ ਇਸ਼ੂ ਕ੍ਰੀਏਟ ਹੁੰਦਾ ਨਾ, ਕਿਉਂਕਿ ਇਹ ਬਿਜ਼ਨਸ ਆ, ਤੁਸੀਂ ਐਵਰੀਬਡੀ ਹੈਵ ਅ ਫਰੀडम ਟੂ ਡੂ ਅ ਬਿਜ਼ਨਸ। ਦੂਜਾ, ਸਾਰੇ ਜਾਣੇ ਆਪਾਂ ਇੱਕ ਬਿਜ਼ਨਸ 'ਚ ਪੈ ਜਾਵਾਂਗੇ ਤਾਂ ਓਬਵੀਅਸਲੀ ਉਹਦੇ 'ਚ ਤਾਂ ਕਲਟਰ ਹੋ ਹੀ ਜਾਣਾ ਹੈ। ਸੋ ਇਹਦੇ 'ਚ ਥੋੜ੍ਹਾ ਜਿਹਾ ਚੇਂਜਸ ਦੀ ਜ਼ਰੂਰਤ ਹੈਗੀ ਆ ਕਿ ਆਪਾਂ ਜਿਵੇਂ ਆਪਣੇ ਨੋਰਮਲੀ ਬਿਜ਼ਨਸਮੈਨ ਗੱਲ ਕਰਦੇ ਆ, ਉਹ ਪਹਿਲਾਂ ਬਿਜ਼ਨਸ ਬਾਏ ਕਰਦੇ ਆ, ਫਿਰ ਉਹਦੇ ਨਾਲ ਕੋਈ ਘਰ ਬਾਏ ਕਰਦੇ ਆ। ਸੋ ਆਪਣੇ ਆਪ ਨੂੰ ਆਲਟਰ ਕਰਨ ਦੀ ਜ਼ਰੂਰਤ ਆ ਵੀ ਜੇ ਨਹੀਂ ਘਰ ਮਿਲਦਾ, ਤੁਸੀਂ ਰੈਂਟ 'ਤੇ ਵੀ ਰਹਿੰਦੇ, ਕੋਈ ਬਿਜ਼ਨਸ ਦੇ ਵਿੱਚ ਇਹੋ ਜਿਹੀ ਇਨਵੈਸਟਮੈਂਟ ਕਰੋ ਜਿੱਥੋਂ ਤੁਸੀਂ ਤੁਹਾਡੀ ਪੈਸਿਵ ਇਨਕਮ ਇੱਕ ਕ੍ਰੀਏਟ ਹੋ ਜਾਵੇ। ਤਾਂ ਉਹ ਇਨਕਮ ਜਿਹੜੀ ਆ ਉਹਦੇ ਨਾਲ ਫਿਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਵੱਡਾ ਛੋਟਾ ਕੁਛ ਨਾ ਕੁਛ ਤੁਸੀਂ ਬਾਏ ਕਰ ਸਕਦੇ ਹੋ, ਅਫੋਰਡ ਕਰ ਸਕਦੇ ਹੋ, ਤੁਸੀਂ ਕਰ ਲਓਗੇ। ਉਹ ਨਾਲੇ ਜੋ ਬਿਜ਼ਨਸ ਦੇ ਵਿੱਚ ਪੈ ਜਾਂਦੇ, ਫਿਰ ਹੋ ਸਕਦਾ ਤੁਸੀਂ ਛੋਟੇ ਸ਼ਹਿਰ 'ਚ ਬੈਠ ਕੇ ਵੀ ਤੁਸੀਂ ਬਿਜ਼ਨਸ ਕਿਤੇ ਨਾ ਕਿਤੇ ਆਪਰੇਟ ਕਰ ਸਕਦੇ ਹੋ। ਸੋ ਆਪਣੇ ਆਪ ਨੂੰ ਥੋੜ੍ਹਾ ਡਿਵਰਟ ਕਰਨਾ ਪੈਣਾ ਹੈ। ਹੋਰ ਕੋਈ ਇਹਦੇ ਵਿੱਚ ਤੁਹਾਡੇ ਕੋਲ ਨਾ ਇੱਥੇ ਆਪਣੇ GVRD 'ਚ ਨਾ ਆਇਲੈਂਡ ਦੇ ਉੱਤੇ। ਹੁਣ ਤਾਂ ਕਲੋਨਾ, ਹੁਣ ਤਾਂ ਮੇਰਾ ਖਿਆਲ ਜੋ ਆਪਾਂ ਗੱਲ ਕਰਕੇ ਹਟੇ ਪ੍ਰਿੰਸ ਜੋਰਜ ਤੱਕ ਵੀ ਆਈ ਡੋਂਟ ਸੀ ਐਨੀਥਿੰਗ, ਕਿਉਂਕਿ ਜੋ ਇਹਦਾ ਮਾਈਂਡ ਸੈਟ ਬਣਿਆ ਹੁੰਦਾ। ਹੁਣ ਪ੍ਰਿੰਸ ਜੋਰਜ ਵਾਲਾ ਬੰਦਾ ਜਿਹਨੇ ਉੱਥੇ ਘਰ ਲੈਣਾ ਹੋਇਆ, ਉਹਦਾ $1 ਮਿਲੀਅਨ ਨੂੰ ਉਹਦਾ ਹੈ ਨਹੀਂ ਪੈਣਾ ਕਿਉਂਕਿ ਉਹ ਗਿੱਜੇ ਵਿੱਚ 4 ਲੱਖ 5 ਲੱਖ ਨੂੰ, ਪਰ ਜੋ ਮਿਲੀਅਨ ਦੇ ਹੋ ਗਏ ਪ੍ਰਿੰਸ ਜੋਰਜ ਵਾਲੇ ਕਿੱਥੇ ਜਾਣਗੇ। ਸੋ ਇਹ ਐਂ ਕਰਕੇ ਇਹਦਾ ਇੱਕ ਰਿਪਲ ਇਫੈਕਟ ਆ, ਉਹਨੇ ਮੂਵ ਹੋ ਹੀ ਜਾਣਾ ਕਿਸੇ ਪਾਸੇ। ਪਰ ਜਿਵੇਂ ਜਿਵੇਂ ਸਮਾਂ ਆਊਗਾ ਫਿਰ ਆਪੇ ਧਰਤੀ ਹੋਰ ਕੱਢਣਗੇ ਇਹ ਜਿੱਥੇ ਡਿਵੈਲਪਮੈਂਟ ਸ਼ੁਰੂ ਹੋਊਗੀ, ਹੋਰ ਤਾਂ ਕੋਈ ਚੋਇਸ ਹੈ ਨਹੀਂ ਸੋ ਇਹ ਤਾਂ ਤਕਰੀਬਨ ਆਪਾਂ ਮੈਟਰੋ ਵੈਨਕੂਵਰ ਤੇ BC ਡਿਸਕਸ ਕੀਤੀ ਹੈ। ਸੋ ਆਪਣੇ ਦਰਸ਼ਕ ਜਿਹੜੇ ਉਹ ਮੇਰੇ ਖਿਆਲ ਨਾਲ BC ਤੋਂ ਬਾਹਰ ਦੇ ਵੀ ਹੈਗੇ ਆ, ਕਿਉਂਕਿ ਟੋਰਾਂਟੋ ਵੱਲੋਂ ਵੀ ਕਈ ਵਾਰ ਸਵਾਲ ਆਉਂਦੇ ਆ। ਸੋ ਉਧਰਲੇ ਪਾਸੇ ਵੀ ਜੇਕਰ ਅਸੀਂ ਦੇਖੀਏ ਤਾਂ ਤੁਸੀਂ ਇੱਕ ਪ੍ਰੋਗਰਾਮ 'ਚ ਮੈਨੂੰ ਯਾਦ ਜ਼ਿਕਰ ਕੀਤਾ ਸੀ ਕਿ ਵੈਨਕੂਵਰ ਨਾਲੋਂ ਵੀ ਜ਼ਿਆਦਾ ਜੇ ਮਹਿੰਗੀ ਮਾਰਕੀਟ ਆ ਤਾਂ ਸ਼ਾਇਦ ਮੌਂਟਰੀਅਲ ਦੀ ਹੈ। ਸੋ ਉਧਰਲੇ ਪਾਸੇ ਕਿਸ ਤਰੀਕੇ ਦੇ ਹਾਲਾਤ ਨੇ, ਕਿਉਂਕਿ ਇਹ ਖਬਰਾਂ ਤੇ ਇਹ ਆ ਰਹੀਆਂ ਨੇ ਕਿ ਸਾਰੇ ਪਾਸੇ ਜਿਹੜੇ ਉਹ ਘਰਾਂ ਦੇ ਰੇਟ ਬਹੁਤ ਜ਼ਿਆਦਾ ਵਧੇ ਹੋਏ ਆ। ਹਾਂਜੀ, ਮੌਂਟਰੀਅਲ ਤੇ ਟੋਰਾਂਟੋ ਦੇ ਵਿੱਚ ਕਾਫੀ ਜ਼ਿਆਦਾ ਮਾਰਕੀਟ ਹੌਟ ਆ। ਕੋਵਿਡ ਦੇ ਦੌਰਾਨ ਵੀ ਉੱਥੇ ਜਿੱਥੇ ਕੋਈ ਪ੍ਰਾਪਰਟੀ ਆਉਂਦੀ ਆ ਤਾਂ ਉੱਥੇ ਤੁਸੀਂ ਦੇਖਦੇ ਸੈਂਕੜਿਆਂ ਦੇ ਵਿੱਚ ਲੋਕੀ ਲਾਈਨਾਂ 'ਚ ਖੜ੍ਹਦੇ ਆ ਪ੍ਰਾਪਰਟੀ ਦੇਖਣ ਵਾਸਤੇ। ਉਸ ਤੋਂ ਬਾਅਦ ਤੁਸੀਂ ਐਕਸਪੈਕਟ ਕਰ ਸਕਦੇ ਹੋ ਵੀ ਕਿੰਨੀ ਆਫਰਸ ਆਉਂਦੀਆਂ ਹੋਣਗੇ ਪ੍ਰਾਪਰਟੀ ਦੀ। ਉਹ ਮੌਂਟਰੀਅਲ ਤੇ ਜਿਹੜਾ ਹੈਗਾ ਟੋਰਾਂਟੋ ਏਰੀਆ, ਜਾਂ ਆਪਾਂ ਉੱਥੇ ਕਹਿੰਦੇ ਹਾਂ ਕਿ ontario ਦੇ ਵਿੱਚ ਜਾਂ ਕੁਬੈਕ ਦੇ ਵਿੱਚ, ਉੱਥੇ ਜੌਬਸ ਰਿਲੇਟਡ ਕੰਮ ਬਹੁਤ ਜ਼ਿਆਦਾ ਆ। ਉੱਥੇ ਹਰ ਤਰ੍ਹਾਂ ਦੀ ਜੌਬ, ਕਿਉਂਕਿ ਈਸਟ ਇੱਕ ਤਾਂ ਬਾਰਡਰ ਦੇ ਕੋਲੇ ਨੇ, ਇੱਕ ਈਸਟ ਦੇ ਵਿੱਚ ਵੈਸੇ ਵੀ ਸਾਡੇ ਤੋਂ 3 ਘੰਟੇ ਦਾ ਫਰਕ ਆ। ਸੋ ਵੈਸਟ ਨੂੰ ਵੈਸੇ ਵੀ ਲੇਜ਼ੀ ਕਿਹਾ ਜਾਂਦਾ ਕਿਉਂਕਿ ਆਪਾਂ 3 ਘੰਟੇ ਉੱਠਦੇ ਹੀ ਲੇਟ ਆ ਉਹਨਾਂ ਨੂੰ। ਪਰ ਬਾਕੀ ਸਾਰੀ ਮੈਨੂਫੈਕਚਰਿੰਗ ਦੇਖੋਗੇ ਤੁਸੀਂ, ਜਾਂ ਉੱਥੇ ਜੋ ਵੀ ਕੁਛ ਸਾਰਾ ਉੱਥੇ ਹੀ ਹੋ ਰਿਹਾ, ਪਲਾਂਟ ਸਾਰੇ ਵੱਡੇ, ਚਾਹੇ ਉਹ ਕਾਰਾਂ ਦੇ ਆ ਜਾਂ ਕੁਛ ਵੀ ਆ। ਆਪਾਂ ਤਾਂ ਇੱਕ ਜਿਵੇਂ ਇੱਥੋਂ ਦੀ ਜਿਹੜੀ ਇਕੋਨਮੀ ਆ ਉਹ ਸਰਵਿਸ ਤੇ, ਟੋਟਲ ਸਰਵਿਸ ਦੇ ਉੱਤੇ ਚੱਲਦੀ ਹੈ। ਸਿਰਫ ਸਮਾਨ ਉੱਥੋਂ ਬਣ ਕੇ ਆਉਂਦਾ ਤੇ ਅਸੀਂ ਇੱਥੇ ਡਿਸਟਰੀਬਿਊਟ ਕਰਦੇ ਹਾਂ ਜਾਂ ਟੂਰਿਜ਼ਮ। ਉੱਥੇ ਵਰਲਡ ਵਾਈਡ, ਕਿਉਂਕਿ ਜਿਹੜਾ ਜੇ ਦੇਖੀਏ ਟੋਰਾਂਟੋ ਨੂੰ ਕਹੀਏ ਤਾਂ ਟੋਰਾਂਟੋ ਇੱਕੋ ਇੱਕ ਸ਼ਹਿਰ ਆਪਣੇ ਮੰਨਿਆ ਜਾਂਦਾ ਜਿਹੜਾ ਮੈਟਰੋਪੋਲੀਟਨ ਸਿਟੀ ਆ ਕੈਨੇਡਾ ਦੇ ਵਿੱਚ। ਸੋ ਓਬਵੀਅਸਲੀ ਜੋ ਕੈਨੇਡਾ, ਤੁਸੀਂ ਮੌਂਟਰੀਅਲ ਤੋਂ ਵੈਨਕੂਵਰ ਆਉਂਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਛੋਟੇ ਜਿਹੇ ਪਿੰਡ 'ਚ ਆ ਗਏ, ਆਪਾਂ ਨੰਬਰ 4 ਤੇ ਆ। ਉਵੇਂ ਮੌਂਟਰੀਅਲ ਵੀ ਬਹੁਤ ਵੱਡਾ, ਤੇ ਕੁਛ ਕੁ ਜਿਹੜਾ ਯੂਰਪ ਤੋਂ ਕਾਫੀ ਇਮੀਗ੍ਰੈਂਟਸ ਉੱਥੇ ਵੀ ਪਹੁੰਚਦੇ ਨੇ। ਸੋ ਇਸ ਕਰਕੇ ਉਹਨਾਂ ਦੀ ਮਾਰਕੀਟ ਵੀ ਆਪਣੇ ਨੂੰ ਬਹੁਤ ਜ਼ਿਆਦਾ ਹੌਟ, ਬਹੁਤ ਗਰਮ। ਪਰ ਉਹਨਾਂ ਕੋਲ ਰੀਜ਼ਨ ਹੈਗਾ ਕਿ ਉੱਥੇ ਜੌਬਸ ਬਹੁਤ ਨੇ। ਸਾਡੇ ਕੋਲ ਤਾਂ ਰੀਜ਼ਨ ਨਹੀਂ ਪਤਾ ਲੱਗਦਾ ਇੱਥੇ ਵੀ ਕੀ ਰੀਜ਼ਨ ਆ। ਸੋ ਇਸ ਕਰਕੇ ਉਹ ਵੀ ਹਜੇ ਮਾਰਕੀਟ ਜੇ ਦੇਖਦੇ ਹਾਂ ਤਾਂ ਥੋੜੀ ਸਟੇਬਲ ਚੱਲਦੀ ਹੈ। ਉਹ ਹੈਗੀ ਕੈਲਗਰੀ ਤੇ ਐਡਮਿੰਟਨ, ਇਹ ਕੁਛ ਸਟੇਬਲ ਆ। ਇਵਨ ਵਿਨੀਪੈਗ ਵੀ ਠੀਕ ਆ, ਸੈਸਕੈਚੁਅਨ ਸਿਟੀ ਚੱਲ ਜਾਓ ਉਹ ਵੀ ਠੀਕ ਆ। ਅੱਗੇ ਨਾਲ ਮੂਵ ਹੋਈ ਆ, ਸਾਰੀ ਮਾਰਕੀਟ ਮੂਵ ਹੋਈ ਆ, ਫਾਰਮਲੈਂਡਸ ਮੂਵ ਹੋਏ ਨੇ। ਜੇ ਅੱਗੇ ਜਿਹੜਾ ਫਾਰਮਲੈਂਡ ਉੱਤੇ 10,000 ਏਕੜ ਦਾ ਹੈਕਟੇਅਰ ਦਾ ਮਿਲਦਾ ਹੋਣਾ 150 ਨੂੰ ਏਕੜ, ਉੱਤੇ ਉਹ ਵੀ 500-600 ਨੂੰ ਹੋ ਗਿਆ। ਸੋ ਓਵਰਆਲ ਹੀ ਸਾਰਾ ਫਰਕ ਪਿਆ ਸਾਰੇ ਕੈਨੇਡਾ ਦੇ ਵਿੱਚ। ਸੋ ਆਈ ਥਿੰਕ ਐਕਸੈਪਟਡ ਹੈ ਨਹੀਂ ਕਿਤੇ ਵੀ। ਸੋ ਮਤਲਬ ਸਾਰੇ ਪਾਸੇ। ਸੋ ਤੁਹਾਡੀ ਫੇਰ ਸਲਾਹ ਉਹੀ ਹੋਣੀ ਆ ਕਿ ਜੇ ਕੋਈ ਹਲੇ ਇਸ ਵਕਤ ਬੈਠਾ ਹੈ, ਧਿਆਨ ਲਾ ਕੇ ਬੈਠਾ ਆ ਵੀ ਸ਼ਾਇਦ ਰੇਟ ਘਟ ਜਾਣਗੇ, ਜਦੋਂ ਘਰ ਸਸਤਾ ਹੋਊਗਾ ਅਸੀਂ ਉਦੋਂ ਲਵਾਂਗੇ। ਸੋ ਲੱਗਦਾ ਕਿ ਉਹ ਸਮਾਂ ਤਾਂ ਕਦੇ ਕੈਨੇਡਾ 'ਚ ਆਇਆ ਨਹੀਂ ਹਜੇ। ਪਿਛਲੇ ਨਹੀਂ, ਕੈਨੇਡਾ 'ਚ ਤਾਂ ਆਉਂਦਾ ਆ। ਕੈਨੇਡਾ ਦੇ ਵਿੱਚ ਹੁਣ ਪਿਛਲੇ ਜਿਹੜੀ ਇਨਫਲੇਸ਼ਨ ਚੱਲਦੀ ਆ, ਉਹ ਆਪਾਂ ਆਲਵੇਜ਼ ਜਦੋਂ ਗੱਲ ਕਰਦੇ ਆ, ਆਪਾਂ ਜਿਹੜੀ ਪ੍ਰਾਈਸ ਘਟਦੀ ਆ ਸਵਾਏ ਵੈਨਕੂਵਰ ਦੇ GVRD ਏਰੀਏ ਤੋਂ, ਜਿਹੜਾ ਆਪਣਾ 80 ਮਾਈਲ ਦਾ ਡਾਇਮੀਟਰ ਆ, ਇਸ ਤੋਂ ਸਵਾਏ ਸਾਰੇ ਕੈਨੇਡਾ ਦੇ ਵਿੱਚ ਜਿਹੜੇ ਗ੍ਰਾਫਸ ਨੇ ਅਪ ਡਾਊਨ ਹੁੰਦੇ ਨੇ। ਕੈਲਗਰੀ, ਐਡਮਿੰਟਨ ਦੇਖੋ, ਅਲਬਰਟਾ ਦੇਖ ਲਓ ਤੁਸੀਂ, ਸਸਕੈਚੁਅਨ ਦਾ, ontario ਦਾ, ਸਾਰੇ ਹੁੰਦੇ ਆ। ਇੱਥੇ ਦੇ ਪਿਛਲੇ 40-42 ਸਾਲ ਤੋਂ ਕਦੇ ਪ੍ਰਾਈਸ ਘਟੀ ਨਹੀਂ, ਐਡਜਸਟ ਹੋਈ ਆ।
ਪ੍ਰਾਈਸ ਘਟਣ ਦਾ ਇੱਕੋ ਇੱਕ ਰੀਜ਼ਨ ਹੋਊਗਾ ਜਦੋਂ ਵੀ ਕਦੇ ਘਟੀ, ਜੇ ਇੰਟਰਸਟ ਰੇਟ ਮਾਰਕੀਟ ਇੱਕਦਮ ਤੁਸੀਂ 3 ਜਾਂ 4 ਬੇਸ ਪੁਆਇੰਟ ਉੱਪਰ ਕਰ ਦੋ ਜੀ, ਫਿਰ ਆਬਵੀਅਸਲੀ ਪੇਮੈਂਟਾਂ ਦਾ ਬਹੁਤ, ਕਿਉਂਕਿ ਪੇਮੈਂਟ ਦਾ ਤਾਂ 0.01% ਨਾਲ ਹੀ ਫਰਕ ਪੈਂਦਾ ਹੈ, ਤੇ ਜੇ 1% ਮਾਰਕੀਟ ਉੱਤੇ ਚਲੀ ਜਾਵੇ ਇੰਟਰਸਟ ਰੇਟ ਜਾਂ 1.5% ਉੱਪਰ ਚਲੀ ਜਾਵੇ ਤਾਂ ਫਿਰ ਉਹਦੇ ਨਾਲ ਮਾਰਕੀਟ ਦੇ ਵਿੱਚ ਕੁਛ ਨਾ ਕੁਛ ਫਰਕ ਪੈ ਸਕਦਾ ਜੀ, ਅਦਰਵਾਈਜ਼ ਵੀ ਡੋਂਟ ਸੀ ਐਨੀਥਿੰਗ। ਜੀ, ਸੋ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ 40-42 ਸਾਲ ਤੋਂ ਜਿਹੜਾ ਵਾ ਵੈਨਕੂਵਰ ਵਾਲੇ ਪਾਸੇ ਜਿਹੜਾ ਫਰਕ ਨਹੀਂ ਪਿਆ, ਵੀ ਇੱਥੇ ਐਡਜਸਟ ਹੁੰਦੀਆਂ, ਜਿਵੇਂ ਤੁਸੀਂ ਐਕਸਪਲੇਨ ਕਰ ਚੁੱਕੇ ਹੋ ਕਿ ਜਿਹੜੀ ਓਵਰ ਪ੍ਰਾਈਸ ਤੇ ਆ ਉਹ ਫਿਰ ਆਪਣੇ ਠੀਕ ਪ੍ਰਾਈਸ ਤੇ ਆ ਜਾਂਦੀ ਆ। ਸੋ ਇੱਥੇ ਫਿਰ ਇਹੋ ਜਿਹੀ ਕਿਹੜੀ, ਕਿਉਂਕਿ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਜ਼ਿਆਦਾ ਕੰਮ ਤਾਂ ਉੱਧਰ ਹੀ ਆ, ਇੱਧਰ ਸਿਰਫ ਆਪਾਂ ਉਹਨੂੰ ਵੇਚਦੇ ਹੀ ਆ, ਪਲਾਂਟ ਵਗੈਰਾ ਉੱਧਰ ਆ, ਸਾਰੇ ਜੌਬਸ ਸਾਰੇ ਤਰ੍ਹਾਂ ਦੀਆਂ ਉੱਧਰ ਆ, ਫਿਰ ਇੱਥੇ ਇਹੋ ਜਿਹਾ ਕੀ ਹੈ ਵੈਨਕੂਵਰ ਦੇ ਵਿੱਚ ਕਿ ਇੱਥੇ 40-42 ਸਾਲ ਤੋਂ ਕਦੇ ਘਰਾਂ ਦੇ ਰੇਟ ਨਹੀਂ ਘਟੇ? ਜਿਹੜੇ ਮਨਦੀਪ, ਜਿਵੇਂ ਫੋਰਬਸ ਮੈਗਜ਼ੀਨ ਆ ਜਿਹੜਾ, ਉਹਦੇ ਮੁਤਾਬਕ ਵੈਨਕੂਵਰ ਆਲਵੇਜ਼ ਹੀ ਜਿਹੜੀ ਵਨ ਆਫ ਦਾ ਬੈਸਟ ਸਿਟੀਜ਼ ਇਨ ਦਾ ਵਰਲਡ ਰਹੀ ਆ ਟੂ ਰਹਿਣ ਵਾਸਤੇ, ਹੈ ਨਾ ਜੀ। ਉਹ ਚਾਹੇ ਪਹਿਲੇ ਨੰਬਰ ਤੇ ਤੋਂ ਤੀਜੇ ਨੰਬਰ ਤੇ ਇੱਥੇ ਕੀ ਰਹਿੰਦੀ ਆ ਜੀ। ਪਿੱਛੇ ਜੇ ਥੋੜਾ ਕ੍ਰਾਈਮ ਰੇਟ ਤੇ ਕੁਝ ਆਪਣੀ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਆਹ ਹਾਊਸਿੰਗ ਮਾਰਕੀਟ ਦੀ ਜਿਹੜੀ ਐਕਸਪੈਂਸਿਵ ਆ, ਉਹਦੇ ਕਰਕੇ ਆਪਣਾ ਨੰਬਰ ਡਿਕਲਾਈਨ ਹੋਇਆ, ਤੀਜੇ ਨੰਬਰ ਤੇ ਚਲੇ ਗਏ। ਪਰ ਇਮੀਗ੍ਰੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਜਦੋਂ ਬਾਹਰੋਂ ਮੈਗਜ਼ੀਨ ਦੇ ਮੁਤਾਬਕ ਜਦੋਂ ਬਾਹਰ ਸਾਰੀ ਉਹਦੀ ਸਰਵੇਜ਼ ਹੁੰਦੇ ਨੇ ਜੀ, ਤਾਂ ਹਜੇ ਵੀ ਕੈਨੇਡਾ ਨੰਬਰ 1 ਡੈਸਟੀਨੇਸ਼ਨ ਆ ਨਵੇਂ ਇਮੀਗ੍ਰੈਂਟ ਵਾਸਤੇ ਜੀ। ਉਹਦੇ ਵਿੱਚ ਵੀ ਨੰਬਰ 1 ਜਿਹੜੀ ਪਲੇਸ ਆ ਉਹਦੇ ਵਿੱਚ ਉਹ GVRD ਵੈਨਕੂਵਰ ਹੀ ਆ। ਉੱਥੇ ਵੈਨਕੂਵਰ ਕਹਿੰਦੇ ਆ, ਤੇ ਵੈਨਕੂਵਰ ਤਾਂ ਇੰਨਾ ਸਾਰਾ ਬੰਦੇ ਨਹੀਂ ਸਮਾ ਸਕਦੇ ਜੀ। ਇਹਦੀ ਬਿਊਟੀ ਇਹੀ ਆ ਵੈਨਕੂਵਰ ਦੀ ਕਿ ਇਹ 80 ਮੀਲ ਦੇ ਡਾਇਮੀਟਰ ਦੇ ਵਿੱਚ ਇਹਦੇ ਕੋਲੇ ਜੋ ਹੈਗਾ ਆ ਦੁਨੀਆ 'ਚ ਉਹ ਹਰੇਕ ਸ਼ਹਿਰ ਦੇ ਵਿੱਚ ਹੁੰਦਾ ਨਹੀਂ ਜੀ। ਜਿਵੇਂ ਇਹਦੇ ਕੋਲੇ ਆਪਣੇ ਕੋਲੇ ਮਾਊਂਟੇਨਸ ਵੀ ਨੇ, ਆਪਣੇ ਕੋਲੇ ਸਾਲ 'ਚ ਜਦੋਂ ਮਰਜ਼ੀ ਸਨੋ ਪੀਕਸ ਦੇ ਉੱਤੇ ਜਾ ਕੇ ਸਕੀ ਕਰ ਲਓ ਜਦੋਂ ਮਰਜ਼ੀ। ਆਪਣੇ ਕੋਲੇ ਸਾਲਟ ਵਾਟਰ ਲੇਕਸ ਨੇ, ਫਰੈਸ਼ ਵਾਟਰ ਲੇਕਸ ਨੇ, ਸਮੁੰਦਰ ਆਪਣੇ ਕੋਲੇ ਆ, ਇੰਨਾ ਸੋਹਣੇ ਆਈਲੈਂਡ ਆਪਣੇ ਕੋਲੇ। ਸੋ ਇੱਕ ਵੈਦਰ ਇੱਥੇ ਬੜਾ ਕੰਸਿਸਟੈਂਟ ਰਹਿੰਦਾ ਹੈ ਸਾਰਾ ਸਾਲ। ਤੁਸੀਂ ਇੱਕ ਇੱਕ ਸਵੈਟਰ ਤੇ ਇੱਕ ਛੋਟੇ ਹਲਕੀ ਜੈਕਟ ਦੇ ਨਾਲ ਤੁਹਾਡਾ ਸਿਆਲ ਵਧੀਆ ਲੰਘ ਜਾਂਦਾ ਇੱਥੇ। ਜਿਵੇਂ ਉਹਦੇ ਕੰਪੈਰੀਟਿਵਲੀ ਆਪਾਂ ਅਪ ਨਾਰਥ ਚਲੇ ਜਾਈਏ, ਚਾਹੇ ਪ੍ਰਿੰਸ ਜਾਰਜ, ਉਹ ਵੀ BC 'ਚ ਹੀ ਆਉਂਦਾ ਆ। ਜੇ ਆਪਾਂ ਗੋਲਡਨ ਰੈਵਲਸਟੋਕ ਜਾਂ ਕਲੋਨਾ ਕੈਮੋਸਟਨ, ਉਹ ਵੀ BC 'ਚ ਆਉਂਦੇ ਨੇ। ਉੱਥੇ ਦੋਨਾਂ ਦੀ ਵੇਰੀਏਸ਼ਨ ਜ਼ਿਆਦਾ ਹੈ ਟੈਂਪਰੇਚਰ ਦੇ ਵਿੱਚ। ਸੋ ਇਹਦੀ ਲੋਕੇਸ਼ਨ ਇਟਸੈਲਫ ਜਿਹੜੀ ਆ ਉਹ ਬਹੁਤ ਅਟਰੈਕਟਿਵ ਆ, ਤੇ ਉਹਦੇ ਕਰਕੇ ਜਿਹਨੇ ਲੋਕੀ ਇੱਥੇ ਜ਼ਿਆਦਾ ਕਮਾਈ ਕਰਨ ਵਾਲੇ ਘੱਟ ਆਉਂਦੇ, ਜਿਹੜੇ ਵੈਲਦੀ ਇਮੀਗ੍ਰੈਂਟਸ ਨੇ, ਉਹ ਇੱਥੇ ਇੱਕ ਚੋਇਸ ਟੂ ਲਿਵ ਅ ਬੈਟਰ ਲਾਈਫ ਉਹ ਇੱਥੇ ਆਉਂਦੇ ਨੇ ਜੀ। ਇਸ ਕਰਕੇ ਤਾਂ ਇੱਥੇ ਪ੍ਰਾਈਸਿਸ ਘਟਣ ਦੇ ਚਾਂਸਸ ਹੈ ਨਹੀਂ ਗੇ ਜੀ। ਸੋ ਇਹਦੇ ਨਾਲ ਹੀ ਜੇਕਰ ਆਪਾਂ ਕੋਵਿਡ ਦੇ ਦੌਰਾਨ ਜਦੋਂ ਲੋਕਡਾਊਨ ਲੱਗ ਗਿਆ ਸੀ, ਬਿਜ਼ਨਸ ਸਾਰੇ ਬੰਦ ਹੋ ਗਿਆ ਸੀ, ਲੋਕ ਘਰਾਂ 'ਚ ਬੈਠ ਗਏ ਸੀ, ਕਈ ਮਿਲੀਅਨ ਲੋਕਾਂ ਦੀਆਂ ਜੌਬਾਂ ਗਈਆਂ, ਤੇ ਕਹਿੰਦੇ ਸੀ ਵੀ ਹੁਣ ਜਿਹੜੀ ਇਹ ਮਾਰਕੀਟ ਨੂੰ ਵੀ ਝਟਕਾ ਲੱਗੂਗਾ ਕਿਉਂਕਿ ਮੁਲਕ ਦੀ ਬਾਕੀ ਇਕਨੋਮੀ ਨੂੰ ਝਟਕਾ ਲੱਗਿਆ ਸੀ। ਪਰ ਜਿਹੜੀ ਸਰਬ ਚੱਲੀ, ਤੁਹਾਨੂੰ ਲੱਗਦਾ ਕਿ ਇਹਦਾ ਜਾਦੂ ਆ ਕਿ ਇਸ ਪਾਸੇ ਜਿਹੜਾ ਵਾ ਉਹ ਲਗਾਤਾਰ ਜਿਹੜੀ ਨਿਰੰਤਰਤਾ ਬਣੀ ਰਹੀ ਹੈ? ਐਕਚੁਅਲੀ ਇਹ ਬੜਾ ਸੋਹਣਾ ਕੁਐਸਚਨ ਕੀਤਾ ਤੁਸੀਂ। ਇਹਦੇ ਨਾਲ ਸਰਵ ਦੇ ਫਾਇਦੇ ਵੀ ਹੋਏ ਤੇ ਨੁਕਸਾਨ ਵੀ ਹੋਏ ਜੀ। ਫਾਇਦੇ ਇਹਦੇ ਇਹ ਹੋਏ ਕਿ ਜਦੋਂ ਕੁਝ ਨਹੀਂ ਸੀ ਮਿਲਦਾ ਹੋਰ ਕੰਟਰੀਆਂ ਦੇ ਵਿੱਚ ਵੀ, ਆਪਾਂ ਜਿਵੇਂ ਆਪਾਂ ਬੈਕ ਹੋਮ ਜਿੱਥੋਂ ਆਪਾਂ ਆਏ ਆ ਉੱਥੋਂ ਦੀ ਗੱਲ ਕਰੀਏ, ਉੱਥੇ ਤਾਂ ਚਲੋ ਵੈਸੇ ਭੁੱਖਮਰੀ ਬਹੁਤ ਸੀ। ਇੱਥੇ ਗਵਰਨਮੈਂਟ ਨੇ ਬਹੁਤ ਵਧੀਆ ਟੇਕ ਕੇਅਰ ਕੀਤੀ ਹੈ, ਜਿਹੜੀ ਤੋਂ ਸ਼ਾਬਾਸ਼ੀ ਦੇਣੀ ਬਣਦੀ ਵੀ ਹੈ ਕਿ ਉਹਨਾਂ ਨੇ ਇੱਥੇ ਜਦੋਂ ਇਹ ਡਿਸਾਈਡ ਕਿ ਤੁਹਾਡੇ ਕੋਲ ਕਿਹੋ ਜਿਹਾ ਕੰਮ ਆ ਉਹਨੂੰ ਡਿਕਟੇਟ ਨਹੀਂ ਕੀਤਾ। ਉਹਨਾਂ ਨੇ ਇੱਕ ਲੰਪਸਮ ਪੈਸਾ ਹਰੇਕ ਨੂੰ, ਤੇ ਸਮਾਲ ਬਿਜ਼ਨਸ ਨੂੰ ਤੇ ਲਾਰਜ ਬਿਜ਼ਨਸ ਨੂੰ ਪੈਸੇ ਦਿੱਤੇ ਨੇ, ਤੇ ਕਈਆਂ ਨੂੰ ਐਜ਼ ਅ ਲੋਨ ਦਿੱਤਾ ਹੈ, ਕਈਆਂ ਨੂੰ ਮਤਲਬ ਹਰ ਤਰੀਕੇ ਨਾਲ ਉਹਨਾਂ ਨੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉਹ ਹੁਣ ਜਦੋਂ ਕੰਮ ਖੁੱਲ੍ਹਣ ਵੀ ਲੱਗੇ ਨੇ ਤਾਂ ਜਿਹੜੇ ਸਰਵ ਲੈਂਦੇ ਨੇ, ਜਿਸ ਜਿਹਨਾਂ ਨੂੰ ਸਰਵ ਮਿਲ ਰਹੀ ਆਲਰੇਡੀ, ਉਹਨਾਂ ਨੂੰ ਕੰਮ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਹੋਊਗੀ ਜੀ? ਕਿਉਂਕਿ ਜੇ ਤੁਸੀਂ $15 ਵੀ ਘੰਟੇ ਲੈਂਦੇ ਹੋ ਤਾਂ ਸਾਰਾ 8 ਘੰਟੇ ਕੰਮ ਕਰਕੇ ਕੱਟ ਕਟਾ ਕੇ ਤੁਹਾਨੂੰ ਮਿਲਣੇ ਤਾਂ ਉਨੇ ਕੀ ਹੈ ਨਾ, ਉਹਨੇ ਇੱਕ ਸਾਰਾ ਤੁਹਾਨੂੰ ਘਰੇ ਬੈਠੇ ਦੇਈ ਜਾਂਦੇ ਜੀ। ਸੋ ਉਹਦੇ ਨਾਲ ਕੀ ਜਿਹੜਾ ਸਮਾਲ ਤੇ ਲਾਰਜ ਜਾਂ ਈਵਨ ਕੰਸਟਰਕਸ਼ਨ ਇੰਡਸਟਰੀ ਆ, ਉਹ ਸਾਰੇ ਦੇ ਸਾਰੇ, ਈਵਨ ਟਰਾਂਸਪੋਰਟ ਇੰਡਸਟਰੀ ਤੋਂ ਲੈ ਕੇ ਯੂ ਨੇਮ ਇਟ, ਸਾਰੇ ਦੇ ਸਾਰੇ ਇਫੈਕਟ ਹੋਏ ਨੇ। ਇਹ ਨਹੀਂ ਵੀ ਇੱਥੇ ਵਰਕ ਫੋਰਸ ਚਲੇਗੀ ਕਿਤੇ ਜੀ, ਕਿਉਂਕਿ ਜੋ ਜਹਾਜ਼ ਜਾਂਦੇ ਨਹੀਂ ਕਿਤੇ, ਤਾਂ ਜਾਣਾ ਕਿੱਥੇ ਉਹਨਾਂ ਨੇ? ਜਿਹੜੇ ਨਹੀਂ ਆਏ ਉਹ ਡਿਫਰੈਂਟ ਸਟੋਰੀ ਹੈ, ਪਰ ਜਿਹੜੇ ਗਏ ਨਹੀਂ ਉਹ ਤਾਂ ਇੱਥੇ ਹੀ ਆ ਨਾ ਸਾਰੇ ਜੀ। ਉਹਦੀ ਵਜ੍ਹਾ ਕਰਕੇ ਮੈਂ ਵੀਕਐਂਡ ਤੇ ਕਿਸੇ ਕੰਪਨੀ ਦੀ ਗੱਲ ਕਰਦੇ, ਜਿਹੜੀ ਕੰਪਨੀ ਉਹ 5-6 ਟੈਕਸੀ ਕੰਪਨੀਜ਼ ਨੂੰ ਓਨ ਕਰਦੇ ਆ ਜੀ। ਉਹ ਦੱਸਦੇ ਆ, ਕਹਿੰਦੇ ਸਾਡੇ ਨਾਲ ਉਹ ਓਨ ਵੀ ਪਿਛਲੇ 40 ਸਾਲਾਂ ਤੋਂ ਕਰਦੇ ਆ ਕੰਪਨੀਆਂ। ਉਹ ਕਹਿੰਦੇ ਸਾਡੇ ਨਾਲ ਪਿਛਲੇ 40 ਸਾਲ 'ਚ ਕਦੇ ਇਹ ਹੋਇਆ ਨਹੀਂ ਸਾਨੂੰ ਡਰਾਈਵਰ ਨਾ ਮਿਲ। ਡਰਾਈਵਰ ਸਾਡੇ ਕੋਲ ਲਾਈਨ ਹੁੰਦੀ, ਅਸੀਂ ਪਿਕ ਐਂਡ ਚੂਜ਼ ਕਰਦੇ ਸੀ। ਹੁਣ ਸਾਡੀਆਂ ਕਾਰਾਂ ਖੜੀਆਂ ਨੇ, ਉਹ ਨਹੀਂ। ਇੱਕ ਕੰਪਨੀ ਮੇਰੇ ਕੋਲ, ਮਤਲਬ ਕੰਪਨੀਆਂ ਦਾ ਬਹੁਤ, ਇੱਕ ਟਰੱਕਿੰਗ ਕੰਪਨੀ, ਉਹਨਾਂ ਦੇ ਕੋਲੇ ਫਲੀਟ ਆ ਗ੍ਰੈਵਲ ਟਰੱਕਸ ਦੀ, ਉਹਨਾਂ ਕੋਲ ਵੱਡੀ ਫਲੀਟ ਆ। ਉਹ
ਉਹ ਦੁਖੀ ਇਸ ਗੱਲ ਤੋਂ ਨੇ ਕਿ ਸਾਨੂੰ ਮੂਰੇ ਡਰਾਈਵਰ ਨਹੀਂ ਮਿਲਦੇ ਜੀ। ਤੇ ਉਦੋਂ ਬਾਅਦ ਫਿਰ ਜਿਹੜਾ ਆਪਣਾ ਨਾਲ ਉਬਰ ਚੱਲ ਪਈ। ਉਬਰ ਦੇ ਨਾਲ ਜਿਹੜੀ ਆਪਣੀ ਤੁਹਾਡੇ ਜਿਹੜਾ ਸਕਿਪ ਚੱਲ ਪਈ। ਉਹ ਜਿਹੜੇ ਮਾੜਾ ਮੋਟਾ ਕੰਮ ਕਰਨਾ ਇਸ ਟਾਈਮ ਹੁੰਦਾ, ਉਹ ਸਾਰੇ ਸ਼ਾਮ ਨੂੰ ਉਧਰੋਂ ਨਿਕਲ ਜਾਂਦੇ ਨੇ। ਸੋ ਜਿਹੜਾ ਕੰਸਿਸਟੈਂਟ ਜਿਹੜੀ ਤੁਹਾਡੀ ਵਰਕ ਫੋਰਸ ਆ, ਉਹ ਕਾਫੀ ਜ਼ਿਆਦਾ ਜਿਹੜੇ ਬਿਜ਼ਨਸ ਨੂੰ ਡੈਮੇਜ ਕਰ ਰਹੀ ਹੈ ਇਸ ਵਾਰੀ। ਜਦੋਂ ਹੁਣ ਦੋਨੇ ਪਾਰਟੀਆਂ, ਲਿਬਰਲ ਵੀ ਤੇ ਟੋਰੀਜ਼ ਵੀ, ਉਹਨੂੰ ਪ੍ਰੋਮਿਸ ਕਰੀ ਜਾਂਦੇ ਨੇ ਜਦੋਂ ਇਹ ਸਾਰਾ ਕੁਝ ਹੋ ਗਿਆ ਜੇ ਅਸੀਂ ਜਿੱਤ ਕੇ 6 ਮਹੀਨੇ ਤੁਹਾਨੂੰ ਹੋਰ ਸਰਵ ਦੇਵਾਂਗੇ। ਦੈਟ ਮੀਨਸ ਤੁਸੀਂ ਆਹ ਸਾਲ ਤਾਂ ਸਮਝ ਲਓ ਗਿਆ, ਅਗਲੇ ਸਾਲ ਆਪਾਂ ਦੇਖਾਂਗੇ ਵੀ ਕਿੰਨੇ ਕੁ ਬੰਦੇ ਕੰਮ ਤੇ ਆਉਂਦੇ ਨੇ। ਸੋ ਦੇਅਰ ਥਿੰਗਸ ਨਾ ਸਮਝਣੀਆਂ ਪੈਣੀਆਂ ਨੇ ਜਿਹਦੇ ਨਾਲ ਇਕਨੋਮੀ ਦਾ ਵੱਡਾ ਲਾਸ ਹੋ ਰਿਹਾ ਆ, ਬਿਜ਼ਨਸਿਸ ਲਾਸ ਹੋ ਰਹੇ ਨੇ। ਤੁਸੀਂ ਕਿੰਨੀਆਂ ਪੇਮੈਂਟਸ ਦਿੰਦੇ ਹੋ ਬਿਜ਼ਨਸ ਦੀਆਂ, ਤੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਆਪਦੇ ਵੱਲੋਂ ਫੰਡਿੰਗ ਦੇ ਕੇ ਜਾਂ ਉਹਨਾਂ ਨੂੰ ਖੜੇ ਕਰਨ ਦੀ ਕੋਸ਼ਿਸ਼ ਵੀ ਕੀਤੀ ਆ, ਉਦੋਂ ਤੱਕ ਉਹ ਵੀ ਮੁੱਕ ਜਾਣੇ, ਉਹ ਦੁਬਾਰਾ ਬੈਂਕਰਪਟ ਹੋ ਜਾਣਗੇ ਤੇ ਪੈਸੇ ਆਉਣੇ ਕਿੱਥੋਂ ਖਜ਼ਾਨੇ 'ਚ। ਸੋ ਇਹ ਚੀਜ਼ਾਂ ਕਾਫੀ ਜਿਹੜੇ ਇਹਨਾਂ ਦੇ ਇਕਨੋਮਿਸਟ ਨੇ ਜਾਂ ਉਹ ਕਿਵੇਂ ਬਿਜ਼ਨਸ ਪਲਾਨ ਕਰਕੇ ਦੱਸਦੇ ਇਹਨਾਂ ਨੂੰ, ਉਹ ਸਮਝ ਤੋਂ ਬਾਹਰ ਆ। ਪਰ ਉਹ ਸਰਵ ਜਿਹੜਾ ਜ਼ਰੂਰਤਮੰਦ ਆ ਉਹਨੂੰ ਸਰਵ ਮਿਲਣੀ ਚਾਹੀਦੀ ਆ। ਤੇ ਪਰ ਅਦਰਵਾਈਜ਼ ਸਰਵ ਦਾ ਵੀ ਕੰਮ ਉਹ ਵੀ ਹੋ ਜਾਣਾ ਜਿਵੇਂ ਵੈਲਫੇਅਰ ਵਾਲਾ ਹੋਇਆ ਹੋਇਆ। ਪੈਸੇ ਮਿਲਣੇ ਨੇ, ਕੰਮ ਕਰਨ ਦੀ ਜ਼ਰੂਰਤ ਨਹੀਂ, ਮੁੜ ਕੇ ਲੋਟਰੀਆਂ ਖਰੀਦੋ ਤੇ ਘਰੇ ਬੈਠੋ। ਤੇ ਸਵਾਬੀ ਹੁਣੇ ਵੀ ਗੱਲ ਕਰ ਲੈਂਦੇ ਹਾਂ ਕਿਉਂਕਿ ਅੱਜ 7 ਸਤੰਬਰ ਆ ਤੇ ਅੱਜ ਤੋਂ ਇਹ ਕੈਨੇਡਾ ਨੇ ਜਿਹੜੀਆਂ ਟਰੈਵਲ ਜਿਹੜੀਆਂ ਉਹਨਾਂ ਦੀ ਪਾਬੰਦੀਆਂ ਲਾਈਆਂ ਸੀ ਈਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਭਾਰਤ ਤੋਂ ਜੇਕਰ ਆਪਾਂ ਛੱਡ ਦਈਏ ਤਾਂ ਤਕਰੀਬਨ ਅੱਜ ਤੋਂ ਜਿਹੜੀਆਂ ਹੁਣ ਜਿਹੜੇ ਵਰਕ ਪਰਮਿਟ ਨਾਨ ਐਸੈਂਸ਼ੀਅਲ ਹੋਲਡਰ ਹੈ ਉਹ ਵੀ ਆ ਸਕਦੇ ਆ, ਵਿਜ਼ਟਰ ਵੀਜ਼ਾ ਵਾਲੇ ਵੀ ਆ ਸਕਦੇ ਆ, ਹੋਰ ਜਿਹੜੇ ਪੀਆਰ ਲੈ ਕੇ ਬੈਠੇ ਵੇਟ ਕਰ ਰਹੇ ਸੀ 18 ਮਾਰਚ ਤੋਂ ਬਾਅਦ ਵਾਲੇ ਉਹ ਵੀ ਆ ਸਕਦੇ ਆ। ਸੋ ਇਸ ਪਾਸੇ ਵੀ ਤਾਂ ਤੁਹਾਡੇ ਵਾਲੇ ਪਾਸੇ ਵੀ ਇਹ ਕੋਈ ਫਰਕ ਦੇਖਣ ਨੂੰ ਮਿਲੂਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ? ਹਜੇ ਤਾਂ ਮੈਨੂੰ ਦਿਖਦਾ ਨਹੀਂ ਕੁਝ ਫਰਕ ਤਾਂ ਹੋਊਗਾ ਜੇ ਕੁਝ ਇਨਵੈਂਟਰੀ ਆਊਗੀ ਬਾਹਰ ਮਾਰਕੀਟ ਦੇ ਵਿੱਚ। ਤੇ ਜਦੋਂ ਇਹ ਹੋ ਸਕਦਾ ਕਿ ਜਿਹੜੇ ਫਸਟ ਟਾਈਮ ਕੈਨੇਡਾ ਆਉਂਦੇ ਆ ਉਹਨਾਂ ਨੇ ਬੇਸਿਕ ਜੌਬਸ ਵਾਸਤੇ ਤਾਂ ਉਹ ਕੁਆਲੀਫਾਈ ਕਰ ਜਾਣਗੇ, ਪਰ ਜਿਨ੍ਹਾਂ ਨੂੰ 2-2 ਸਾਲ ਹੋ ਗਏ ਕਿਤੇ ਕੰਮ ਕਰਦਿਆਂ ਨੂੰ ਜਿਹੜਾ ਐਕਸਪੀਰੀਅੰਸ ਆ ਉਹ ਕਿੱਥੋਂ ਆਉਣਾ ਹੈ। ਸੋ ਕਿਸੇ ਵੀ ਜਦੋਂ ਆਪਾਂ ਕਿਤੇ ਜਾਂਦੇ ਹਾਂ, ਚਾਹੇ ਛੋਟੇ ਰੈਸਟੋਰੈਂਟ ਚਲੇ ਜਾਓ ਜਾਂ ਕਿਤੇ ਮਕੈਨਿਕ ਸ਼ਾਪ, ਕਿਤੇ ਵੀ ਜਾਓਗੇ ਤੁਸੀਂ, ਉੱਥੇ ਆਪਾਂ ਨੂੰ ਲੱਗਦਾ ਹੁੰਦਾ ਵੀ ਇੰਨੇ ਜਾਣੇ ਕੰਮ ਕਰਦੇ ਆ, ਪਰ ਜਿਹੜਾ ਓਨਰ ਉਹਨੂੰ ਪਤਾ ਹੁੰਦਾ ਵੀ ਕੌਣ ਬੰਦਾ ਕਿੰਨਾ ਕੈਪੇਬਲ ਆ, ਤਾਂ ਉਹਨੂੰ ਉਹਦੇ ਕਿੰਨੇ ਮੈਨ ਆਵਰਸ ਲੱਗਦੇ ਆ ਉਹਨਾਂ ਨੂੰ ਇੱਕ ਚੀਜ਼ ਸਿਖਾਉਣ ਵਾਸਤੇ, ਕੋਈ ਵੀ ਹੋਵੇ। ਸੋ ਜਦੋਂ ਉਹ ਚੀਜ਼ ਸਿਖਾਉਣੇ ਤੁਸੀਂ, ਉਦੋਂ ਬਾਅਦ ਉਹਦੀ ਪ੍ਰੈਕਟਿਸ ਆ, ਉਹ ਜਿਹੜੀ ਪ੍ਰੈਕਟਿਸ ਆ ਆਪਾਂ ਲੇਬਰ ਫੋਰਸ ਦੇ ਵਿੱਚ ਉਹ ਤਾਂ ਨਿਕਲ ਜਾਂਦਾ ਵੀ ਹਾਂ ਹੁਣ ਇਹਨੂੰ ਬੈਟਰ ਜੌਬ ਮਿਲ ਗਈ। ਪਰ ਜਿਹੜੇ ਬੰਦੇ ਨੇ ਉਹਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਕੇ ਇੱਥੋਂ ਤੱਕ ਲੈ ਕੇ ਆਉਂਦੇ ਨੇ, ਉਹ ਉੱਥੇ ਦੇ ਉੱਤੇ ਰਹਿ ਜਾਂਦੇ ਵਿਚਾਰੇ। ਸੋ ਉਹ ਕਿੰਨੇ ਕੁ ਆਉਣਗੇ, ਉਹ ਕਿਹੜੀ ਕੈਟੇਗਰੀ 'ਚ ਆਉਣਗੇ, ਉਹ ਕਿੱਥੇ ਆਉਣਗੇ। ਵੱਡੀ ਚੀਜ਼ ਇਹ ਵੀ ਹੁੰਦੀ, ਸਵਾਲ ਇਹ ਵੀ ਆਉਂਦੇ ਕਿ ਛੋਟੇ ਸ਼ਹਿਰਾਂ 'ਚ ਹਜੇ ਵੀ ਨਹੀਂ ਆਉਣਗੇ, ਫਿਰ ਜਾਂ ਛੋਟੇ ਜਾਣਗੇ ਵੱਡੇ 'ਚ ਕਿੰਨੇ ਆਉਣਗੇ। ਪਰ ਉਹ ਇੰਨੇ ਕੁ ਦੇ ਨਾਲ ਹਜੇ ਜਿਹੜਾ ਵੱਡਾ ਗੈਪ ਆ, ਜਿਹੜਾ ਇੱਥੇ ਬੈਠੇ ਲੋਕਲ ਜਿਹੜੇ ਨਹੀਂ ਕੰਮ ਤੇ ਜਾ ਰਹੇ, ਉਹ ਨਿਊ ਇਮੀਗ੍ਰੈਂਟਸ ਨੂੰ ਕਵਰ ਨਹੀਂ ਕਰ ਸਕਦੇ। ਜੀ ਬਿਲਕੁਲ। ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਫ਼ ਹੋਣਗੀਆਂ। ਇਹ ਵੀ ਪਤਾ ਲੱਗੂ ਕਿ ਸਰਕਾਰ ਕਿਹੋ ਜਿਹੀ ਆਉਂਦੀ ਹੈ ਤੇ ਵੀ ਪਤਾ ਲੱਗੂਗਾ ਕਿ ਮਾਰਕੀਟ ਕਿੱਧਰ ਨੂੰ ਜਾ ਰਹੀ ਹੈ। ਸੋ ਸਮਾਂ ਕੱਢਿਆ ਤੁਸੀਂ ਔਰ ਬਹੁਤ ਮਾਮੂਲੀ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਇਹ ਸਨ ਸਾਡੇ ਨਾਲ ਦੀਪ ਝਾਜ ਹੋਣੀ, ਜਿਨ੍ਹਾਂ ਨੇ ਜੋ ਇਸ ਵਕਤ ਹਾਲਾਤ ਨੇ ਮਾਰਕੀਟ ਦੇ ਉਹ ਸਾਂਝੇ ਕੀਤੇ ਆ ਤੇ ਕੁਝ ਕੁ ਗੱਲਬਾਤ ਕੀਤੀ ਹੈ ਕਿ ਸੰਭਾਵਨਾਵਾਂ ਕੀ ਹੋ ਸਕਦੀਆਂ ਨੇ। ਸੋ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਤੇ ਇਹਨਾਂ ਦਾ ਦੀਪ ਝਾਜ ਹੋਣਾ ਦਾ ਨੰਬਰ ਵੀ ਆ ਰਿਹਾ, ਉੱਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਸਾਨੂੰ ਵੀ ਸਿੱਧਾ ਸਵਾਲ ਭੇਜ ਸਕਦੇ ਹੋ। ਸੋ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਤੁਸੀਂ ਦੇਖਦੇ ਰਹੋ TV ਪੰਜਾਬ।